ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗਾਈਡੈਂਸ ਗੁਰੂ ਐਨਕੇ ਦੇ ਅਫੀਸ਼ੀਅਲ ਚੈਨਲ ਦੇ ਉੱਤੇ ਆਪ ਸਭ ਦਾ ਬਹੁਤ-ਬਹੁਤ ਸਵਾਗਤ ਜੀ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਨਾਂ 225 ਅਸਾਮੀਆਂ ਦੀ ਜੋ ਕਿ ਅਧੀਨ ਸੇਵਾਵਾਂ ਚੋਣ ਬੋਰਡ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਹਨ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ। ਅਧੀਨ ਸੇਵਾਵਾਂ ਚੋਣ ਬੋਰਡ ਦੇ ਵੱਲੋਂ ਵੱਖ-ਵੱਖ ਵਿਭਾਗਾਂ ਦੇ ਵਿੱਚ 225 ਅਸਾਮੀਆਂ ਭਰਨ ਦੇ ਲਈ ਜੋ ਇਸ਼ਤਿਹਾਰ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ। ਤਾਂ ਜੇਕਰ ਗੱਲ ਕਰੀਏ ਇਹਨਾਂ ਪੋਸਟਾਂ ਦੇ ਲਈ ਆਨਲਾਈਨ ਅਪਲਾਈ ਕਰਨ ਦੀ, ਤਾਂ ਇਹਨਾਂ ਸਾਰੀਆਂ ਹੀ ਪੋਸਟਾਂ ਦੇ ਲਈ ਆਨਲਾਈਨ ਅਪਲਾਈ ਕਰਨ ਦੀ ਜੋ ਸ਼ੁਰੂਆਤੀ ਮਿਤੀ ਹੈ ਉਹ ਹੈ ਜੀ 20/12/2022। ਔਰ ਅਗਰ ਗੱਲ ਕਰੀਏ ਆਖਰੀ ਮਿਤੀ ਦੀ, ਕਿਹੜੀ ਮਿਤੀ ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਜੋ ਆਪਣੇ ਫਾਰਮ ਹੈ ਆਨਲਾਈਨ ਅਪਲਾਈ ਕਰ ਸਕਦੇ ਹੋ, ਤਾਂ ਉਹ ਮਿਤੀ ਹੈ ਜੀ 30/12/2022 ਸ਼ਾਮ ਦੇ 5 ਵਜੇ ਤੱਕ। ਔਰ ਅਗਰ ਆਪਾਂ ਗੱਲ ਕਰੀਏ ਫੀਸ ਭਰਨ ਦੀ, ਕਦੋਂ ਤੱਕ ਤੁਸੀਂ ਇਹਨਾਂ ਪੋਸਟਾਂ ਲਈ ਫੀਸ ਭਰ ਸਕਦੇ ਹੋ, ਤਾਂ ਉਹ ਮਿਤੀ ਹੈ ਜੀ 2 ਜਨਵਰੀ 2023। ਤਾਂ ਦੋਸਤੋ, ਤੁਸੀਂ ਇਹਨਾਂ ਸਾਰੀਆਂ ਹੀ ਪੋਸਟਾਂ ਦੇ ਲਈ 30/12/2022 ਤੱਕ ਅਪਲਾਈ ਕਰ ਸਕਦੇ ਹੋ। ਤਾਂ ਜੇਕਰ ਆਪਾਂ ਵਿਸਤਾਰ ਦੇ ਵਿੱਚ ਗੱਲ ਕਰੀਏ ਕਿਹੜੇ ਵਿਭਾਗ ਹਨ ਔਰ ਕਿੰਨੀਆਂ-ਕਿੰਨੀਆਂ ਪੋਸਟਾਂ ਜਾਰੀ ਕੀਤੀਆਂ ਗਈਆਂ ਹਨ, ਤਾਂ ਆਪਾਂ ਦੇਖ ਸਕਦੇ ਹਾਂ ਜੋ ਪਹਿਲਾ ਵਿਭਾਗ ਹੈ ਜੀ ਜਿਸ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ, ਉਸ ਵਿਭਾਗ ਦਾ ਨਾਮ ਹੈ ਜੀ ਡਾਇਰੈਕਟਰ ਖਜ਼ਾਨਾ ਤੇ ਲੇਖਾ ਸ਼ਾਖਾ ਵਿੱਤ ਵਿਭਾਗ। ਇਹਦੇ ਵਿੱਚ ਜੋ ਕੁੱਲ ਅਸਾਮੀਆਂ ਕੱਢੀਆਂ ਗਈਆਂ ਹਨ ਉਹਨਾਂ ਦੀ ਗਿਣਤੀ ਹੈ ਜੀ 53। ਵੱਖ-ਵੱਖ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕੈਟੇਗਰੀ ਵਾਈਜ਼ ਕਿੰਨੀਆਂ-ਕਿੰਨੀਆਂ ਪੋਸਟਾਂ ਹਨ, ਉਹ ਸਾਰਾ ਇਸ ਦੇ ਵਿੱਚ ਸਾਨੂੰ ਦੱਸਿਆ ਗਿਆ ਹੈ। ਤਾਂ ਜੇਕਰ ਅਸੀਂ ਗੱਲ ਕਰੀਏ ਕਿ ਔਰਤ ਕੈਂਡੀਡੇਟਸ ਦੇ ਲਈ ਇਹਨਾਂ ਪੋਸਟਾਂ ਦੇ ਵਿੱਚ ਕੁੱਲ ਕਿੰਨੀਆਂ ਪੋਸਟਾਂ ਨੂੰ ਰਾਖਵਾਂ ਰੱਖਿਆ ਗਿਆ ਹੈ, ਤਾਂ ਤੁਸੀਂ ਦੇਖ ਸਕਦੇ ਹੋ ਕਿ 53 ਪੋਸਟਾਂ ਦੇ ਵਿੱਚੋਂ ਜੋ 17 ਪੋਸਟਾਂ ਹਨ ਉਹ ਕੇਵਲ ਔਰਤ ਕੈਂਡੀਡੇਟਸ ਦੇ ਲਈ ਰਾਖਵੀਆਂ ਰੱਖੀਆਂ ਗਈਆਂ ਹਨ। ਤਾਂ ਜੋ ਦੂਜਾ ਵਿਭਾਗ ਆਉਂਦਾ ਹੈ ਜੀ, ਉਸ ਦਾ ਨਾਮ ਹੈ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ ਪੰਜਾਬ। ਇਸ ਵਿਭਾਗ ਦੇ ਵਿੱਚ ਪੋਸਟਾਂ ਕੱਢੀਆਂ ਗਈਆਂ ਹਨ ਔਰ ਇਹਨਾਂ ਪੋਸਟਾਂ ਦੀ ਜੋ ਕੁੱਲ ਗਿਣਤੀ ਹੈ ਉਹ ਹੈ ਜੀ 7 ਪੋਸਟਾਂ ਇਸ ਵਿਭਾਗ ਦੇ ਵਿੱਚ ਜਾਰੀ ਕੀਤੀਆਂ ਗਈਆਂ ਹਨ। ਤਾਂ ਨੈਕਸਟ ਇਸੇ ਵਿਭਾਗ ਦੇ ਵਿੱਚ ਜੋ ਪੋਸਟਾਂ ਜਾਰੀ ਕੀਤੀਆਂ ਗਈਆਂ ਹਨ ਉਸ ਦਾ ਨਾਮ ਹੈ ਜੀ ਫੀਲਡ ਆਰਟਿਸਟ। ਜੀ ਹਾਂ, ਫੀਲਡ ਆਰਟਿਸਟ ਦੇ ਲਈ ਕੁੱਲ ਇੱਕ ਅਸਾਮੀ ਹੈ ਜੋ ਇਸੇ ਵਿਭਾਗ ਦੇ ਵਿੱਚ ਜੋ ਜਾਰੀ ਹੈ ਉਹ ਕੀਤੀ ਗਈ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਇਸੇ ਵਿਭਾਗ ਦੇ ਵਿੱਚ ਜੋ ਅਸਾਮੀ ਜਾਰੀ ਕੀਤੀ ਗਈ ਹੈ ਉਸ ਦਾ ਨਾਮ ਹੈ ਟੈਕਸੀ ਡਰਮਿਸਟ। ਜੀ ਹਾਂ, ਟੈਕਸੀ ਡਰਮਿਸਟ ਦੇ ਵਿੱਚ ਜੋ ਹੈ ਇੱਕ ਅਸਾਮੀ ਇਸ ਦੀ ਵੀ ਜੋ ਜਾਰੀ ਕੀਤੀ ਗਈ ਹੈ। ਅਗਲਾ ਵਿਭਾਗ ਜੋ ਅਸੀਂ ਗੱਲ ਕਰਦੇ ਹਾਂ ਉਹ ਹੈ ਜੀ ਸੱਭਿਆਚਾਰਕ ਮਾਮਲੇ ਵਿਭਾਗ, ਪੁਰਾਲੇਖ ਵਿਭਾਗ। ਜੀ ਹਾਂ, ਇਸ ਵਿਭਾਗ ਦੇ ਵਿੱਚ ਵੀ ਅੱਗੇ ਅਲੱਗ-ਅਲੱਗ ਕੈਟੇਗਰੀਜ਼ ਦੇ ਵਿੱਚ ਜੋ ਪੋਸਟਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਤਰ੍ਹਾਂ ਕਿ ਕੈਟਾਲਗਰ, ਇਸ ਦੀ ਇੱਕ ਅਸਾਮੀ ਜਾਰੀ ਕੀਤੀ ਗਈ ਹੈ। ਜਿਲਦਸਾਜ਼, ਇਸ ਦੀਆਂ ਕੁੱਲ 4 ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ। ਜੂਨੀਅਰ ਤਕਨੀਕ ਸਹਾਇਕ, ਇਸ ਦੀ ਵੀ ਇੱਕ ਅਸਾਮੀ ਜੋ ਜਾਰੀ ਕੀਤੀ ਗਈ ਹੈ। ਅਗਲਾ ਵਿਭਾਗ ਜਿਸ ਦੀ ਅਸੀਂ ਗੱਲ ਕਰਦੇ ਹਾਂ ਉਸ ਦਾ ਨਾਮ ਹੈ ਜੀ ਡਾਇਰੈਕਟਰ ਖੇਤੀਬਾੜੀ ਕਿਸਾਨ ਭਲਾਈ ਵਿਭਾਗ। ਜੀ ਹਾਂ, ਇਸ ਦੇ ਵਿੱਚ ਵੀ ਅੱਗੇ ਕੈਟੇਗਰੀ ਵਾਈਜ਼ ਅਲੱਗ-ਅਲੱਗ ਪੋਸਟਾਂ ਜਾਰੀ ਕੀਤੀਆਂ ਗਈਆਂ ਹਨ, ਤੁਸੀਂ ਦੇਖ ਸਕਦੇ ਹੋ। ਲੈਬੋਰਟਰੀ ਸਹਾਇਕ, ਇਸ ਦੀਆਂ ਕੁੱਲ 9 ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ। ਖੇਤੀਬਾੜੀ ਉਪ ਨਿਰੀਖਕ, ਇਸ ਦੀਆਂ ਕੁੱਲ 150 ਅਸਾਮੀਆਂ ਜੋ ਜਾਰੀ ਕੀਤੀਆਂ ਗਈਆਂ ਹਨ। ਅੱਗੇ ਤੁਸੀਂ ਦੇਖ ਸਕਦੇ ਹੋ ਕਿ ਕੈਟੇਗਰੀ ਵਾਈਜ਼ ਇਹਨਾਂ ਪੋਸਟਾਂ ਦੀ ਜੋ ਵੰਡ ਹੈ ਉਹ ਕੀਤੀ ਗਈ ਹੈ। ਤਾਂ ਹੁਣ ਇਹ ਜੋ ਸਾਰੀਆਂ ਪੋਸਟਾਂ ਜਾਰੀ ਕੀਤੀਆਂ ਗਈਆਂ ਹਨ, ਇਹਨਾਂ ਦੇ ਬਾਰੇ ਜੋ ਖਾਸ ਗੱਲਾਂ ਨੇ ਜੋ ਅਸੀਂ ਧਿਆਨ ਦੇ ਵਿੱਚ ਰੱਖਣੀਆਂ ਹਨ, ਉਹਨਾਂ ਦੇ ਬਾਰੇ ਅਸੀਂ ਗੱਲ ਕਰਾਂਗੇ। ਤਾਂ ਦੇਖੋ, ਜੋ ਪਹਿਲਾ ਪੁਆਇੰਟ ਹੈ ਉਹਦੇ ਵਿੱਚ ਬਿਲਕੁਲ ਕਲੀਅਰ ਦਿੱਤਾ ਗਿਆ ਹੈ ਕਿ ਜਿੰਨੀਆਂ ਪੋਸਟਾਂ ਦੀ ਵੱਖ-ਵੱਖ ਵਿਭਾਗਾਂ ਵੱਲੋਂ ਮੰਗ ਕੀਤੀ ਗਈ ਹੈ, ਉਸ ਦੇ ਆਧਾਰ 'ਤੇ ਹੀ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਹਨ। ਔਰ ਜੋ ਇੰਪੋਰਟੈਂਟ ਗੱਲ ਹੈ ਕਿ ਕਿਸੇ ਵੀ ਸਮੇਂ ਇਹਨਾਂ ਪੋਸਟਾਂ ਦੀ ਜੋ ਗਿਣਤੀ ਹੈ ਉਹ ਘਟਾਈ ਔਰ ਵਧਾਈ ਜਾ ਸਕਦੀ ਹੈ। ਔਰ ਜੋ ਸਾਨੂੰ ਖਾਸ ਧਿਆਨ ਰੱਖਣ ਦੇ ਲਈ ਕਿਹਾ ਗਿਆ ਹੈ ਉਹ ਹੈ ਜੀ ਸ਼੍ਰੇਣੀ ਦਾ ਕੋਡ, ਕਿਉਂਕਿ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਵੱਖ-ਵੱਖ ਪੋਸਟਾਂ ਜਾਰੀ ਕੀਤੀਆਂ ਗਈਆਂ ਹਨ। ਤਾਂ ਕਿਸੇ ਵੀ ਪੋਸਟ ਨੂੰ ਭਰਦੇ ਵੇਲੇ ਅਸੀਂ ਆਪਣੀ ਜੋ ਸ਼੍ਰੇਣੀ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਹੈ। ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਅਗਰ ਅਸੀਂ ਜਨਰਲ ਕੈਟੇਗਰੀ ਦੀ ਗੱਲ ਕਰਦੇ ਹਾਂ ਤਾਂ ਜਨਰਲ ਕੈਟੇਗਰੀ ਦੇ ਲਈ ਜੋ ਕੋਡ ਰੱਖਿਆ ਗਿਆ ਹੈ ਉਹ ਹੈ ਜੀ 101 ਕੋਡ। ਤਾਂ ਜੇਕਰ ਅਸੀਂ ਜਨਰਲ ਕੈਟੇਗਰੀ ਦੇ ਵਿੱਚ ਅਪਲਾਈ ਕਰਦੇ ਹਾਂ ਤਾਂ ਅਸੀਂ ਇਸ ਕੋਡ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਹੈ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ, ਜਿਸ ਤਰ੍ਹਾਂ ਕਿ ਸੈਕਿੰਡ ਅਸੀਂ ਦੇਖ ਸਕਦੇ ਹਾਂ EWS, ਇਕਨੋਮਿਕਲੀ ਵੀਕਰ ਸੈਕਸ਼ਨ ਜਿਸ ਨੂੰ ਅਸੀਂ ਆਖਦੇ ਹਾਂ, ਉਸ ਦੇ ਲਈ 102 ਕੋਡ ਰੱਖਿਆ ਗਿਆ ਹੈ। ਉਹ ਕੈਂਡੀਡੇਟ ਜੋ ਕਿ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੇ 102 ਕੋਡ ਦੇ ਵਿੱਚ ਅਪਲਾਈ ਕਰਨਾ ਹੈ।
SC, M ਐਂਡ V, ਅਨੁਸੂਚਿਤ ਜਾਤੀ, ਮਜ਼੍ਹਬੀ, ਵਾਲਮੀਕ, ਇਹਨਾਂ ਦੇ ਲਈ 103 ਕੋਡ ਹੈ। ਇਸ ਤਰ੍ਹਾਂ ਅਲੱਗ-ਅਲੱਗ ਕੈਟੇਗਰੀਜ਼ ਦੇ ਲਈ ਅਲੱਗ-ਅਲੱਗ ਕੋਡ ਹੈ ਜੋ ਇਹਦੇ ਵਿੱਚ ਦੱਸੇ ਗਏ ਹਨ। ਤਾਂ ਅਸੀਂ ਜਿਸ ਵੀ ਅਸਾਮੀ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਾਂ ਤਾਂ ਉਸ ਅਸਾਮੀ ਦਾ ਜੋ ਅਸੀਂ ਕੋਡ ਹੈ ਉਸ ਨੂੰ ਅਸੀਂ ਧਿਆਨਪੂਰਵਕ ਭਰਨਾ ਹੈ। ਤਾਂ ਨੈਕਸਟ ਅਸੀਂ ਜੋ ਗੱਲ ਕਰਨ ਜਾ ਰਹੇ ਹਾਂ ਕਿ ਇਹਨਾਂ ਅਸਾਮੀਆਂ ਦੇ ਲਈ ਕਿਹੜੀ ਵਿੱਦਿਅਕ ਯੋਗਤਾ ਲੋੜੀਂਦੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਉਸੇ ਤਰ੍ਹਾਂ ਜਿਸ ਤਰ੍ਹਾਂ ਕਿ ਅਲੱਗ-ਅਲੱਗ ਵਿਭਾਗਾਂ ਦੇ ਵਿੱਚ ਅਲੱਗ-ਅਲੱਗ ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ, ਤਾਂ ਹਰੇਕ ਅਸਾਮੀ ਦੇ ਲਈ ਜੋ ਵਿੱਦਿਅਕ ਯੋਗਤਾ ਹੈ ਉਹ ਵੀ ਅਲੱਗ-ਅਲੱਗ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀ ਡਾਇਰੈਕਟਰ ਖਜ਼ਾਨਾ ਤੇ ਲੇਖਾ ਸ਼ਾਖਾ ਵਿਭਾਗ ਪੰਜਾਬ ਦੀ। ਤਾਂ ਇਹਦੇ ਵਿੱਚ ਜੋ ਸਹਾਇਕ ਖਜ਼ਾਨਚੀ ਦੀਆਂ 53 ਅਸਾਮੀਆਂ ਕੱਢੀਆਂ ਗਈਆਂ ਹਨ। ਤਾਂ ਇਹਦੇ ਲਈ ਕੀ ਵਿੱਦਿਅਕ ਯੋਗਤਾ ਲੋੜੀਂਦੀ ਹੈ? ਫਸਟ ਕਲਾਸ ਮੈਟ੍ਰਿਕੂਲੇਟ, ਪਹਿਲੀ ਦਰਜੇ ਦੇ ਵਿੱਚ 10ਵੀਂ ਪਾਸ ਹੋਵੇ, ਔਰ ਇਹ ਗ੍ਰੈਜੂਏਟ ਆਫ ਏ ਰਿਕੋਗਨਾਈਜ਼ਡ ਯੂਨੀਵਰਸਿਟੀ ਵਿਦ ਮੈਥੇਮੈਟਿਕਸ ਐਜ਼ ਵਨ ਆਫ ਦਾ ਸਬਜੈਕਟ ਐਟ ਦਾ ਮੈਟ੍ਰਿਕੂਲੇਸ਼ਨ ਲੈਵਲ, ਔਰ ਜਾਂ ਫਿਰ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਹੋਵੇ ਜਿਹਦੇ 'ਚ 10ਵੀਂ ਵਿੱਚ ਘੱਟੋ ਘੱਟ ਜੋ ਮੈਥ ਦਾ ਵਿਸ਼ਾ ਹੈ, ਗਣਿਤ ਦਾ ਵਿਸ਼ਾ ਹੈ, ਉਹ ਲਾਜ਼ਮੀ ਤੌਰ 'ਤੇ ਪੜ੍ਹਿਆ ਹੋਵੇ। ਔਰ ਪ੍ਰੈਫਰੈਂਸ ਇਹਦੇ ਵਿੱਚ ਕਿਸ ਨੂੰ ਦਿੱਤੀ ਜਾਣੀ ਹੈ? ਪ੍ਰੈਫਰੈਂਸ ਸ਼ੈਲ ਬੀ ਗਿਵਨ ਟੂ ਏ ਪਰਸਨ ਹੈਵਿੰਗ ਐਨ ਐਕਸਪੀਰੀਅੰਸ ਆਫ ਹੈਂਡਲਿੰਗ ਕੈਸ਼ or stamps in a bank or post office or any government office for a minimum period of 1 year। ਘੱਟੋ ਘੱਟ 1 ਸਾਲ ਦਾ ਤਜਰਬਾ ਹੋਵੇ ਕੈਸ਼ ਨੂੰ ਹੈਂਡਲ ਕਰਨ ਦੇ ਵਿੱਚ ਔਰ ਜਾਂ ਫਿਰ ਸਟੈਂਪਸ ਨੂੰ ਹੈਂਡਲ ਕਰਨ ਦੇ ਵਿੱਚ ਕਿਸੇ ਵੀ ਬੈਂਕ ਦੇ ਵਿੱਚ ਜਾਂ ਫਿਰ ਕਿਸੇ ਵੀ ਪੋਸਟ ਆਫਿਸ ਭਾਵ ਕਿ ਡਾਕਖਾਨੇ ਦੇ ਵਿੱਚ ਜਿਹੜਾ ਇਹ ਤਜਰਬਾ ਇਹ ਲੋੜੀਂਦਾ ਹੈ। ਨੈਕਸਟ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਜੋ ਸਾਡੇ ਕੋਲ ਦੂਜਾ ਵਿਭਾਗ ਸੀਗਾ ਜਿਸ ਦਾ ਨਾਮ ਸੀ ਡਾਇਰੈਕਟਰ ਸੱਭਿਆਚਾਰਕ ਮਾਮਲੇ ਪੰਜਾਬ। ਇਸ ਦੇ ਵਿੱਚ ਜੋ ਅਲੱਗ-ਅਲੱਗ ਅਸਾਮੀਆਂ ਜਾਰੀ ਕੀਤੀਆਂ ਗਈਆਂ ਸਨ ਜਿਸ ਦੇ ਵਿੱਚ ਆਪਾਂ ਪਹਿਲਾਂ ਗੱਲ ਕਰਦੇ ਹਾਂ ਗੈਲਰੀ ਸਹਾਇਕ ਦੀ। ਤਾਂ ਇਹਦੇ ਵਿੱਚ ਇਹਨਾਂ ਨੇ ਕੀ ਵਿੱਦਿਅਕ ਯੋਗਤਾ ਦੱਸੀ ਸਾਨੂੰ? ਸ਼ੁੱਡ ਵੀ ਗ੍ਰੈਜੂਏਟ ਇਨ ਹਿਸਟਰੀ ਆਨਰਸ ਫਰੋਮ ਰਿਕੋਗਨਾਈਜ਼ਡ ਯੂਨੀਵਰਸਿਟੀ, ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਹਿਸਟਰੀ ਆਨਰ ਦੇ ਵਿੱਚ, ਇਤਿਹਾਸ ਆਨਰਸ ਦੇ ਵਿੱਚ ਕੀਤੀ ਹੋਵੇ। ਤਾਂ ਇੱਕ ਇਹਦੇ ਵਿੱਚ ਸਾਨੂੰ ਸਪੈਸ਼ਲ ਨੋਟ ਵੀ ਦਿੱਤਾ ਗਿਆ ਹੈ। ਉਹਦੇ ਵਿੱਚ ਸਾਨੂੰ ਕੀ ਦੱਸਿਆ ਗਿਆ ਹੈ? ਕੈਂਡੀਡੇਟਸ ਵਿਲ ਹੈਵ ਟੂ ਅੰਡਰਗੋ ਐਟ ਲੀਸਟ 6 ਮੰਥ ਟ੍ਰੇਨਿੰਗ ਇਨ ਰੈਲੀਵੈਂਟ ਫੀਲਡ ਐਟ ਹਿਸ ਓਨ ਕੋਸਟ, ਭਾਵ ਕਿ ਜੋ ਵੀ ਕੈਂਡੀਡੇਟ ਸਿਲੈਕਟ ਹੁੰਦਾ ਹੈ ਉਸ ਨੂੰ ਆਪਣੇ ਖਰਚੇ ਤੇ 6 ਮਹੀਨੇ ਦੀ ਟ੍ਰੇਨਿੰਗ ਦੇ ਉੱਤੇ ਜਾਣਾ ਪਵੇਗਾ। ਪਰ ਇਹਦੇ ਵਿੱਚ ਸਾਨੂੰ ਇੱਕ ਗੱਲ ਜ਼ਰੂਰ ਕਹੀ ਗਈ ਹੈ ਕਿ ਉਸ ਟ੍ਰੇਨਿੰਗ ਦੇ ਦੌਰਾਨ ਉਸ ਕੈਂਡੀਡੇਟ ਨੂੰ ਆਪਣੀ ਜੋ ਸੈਲਰੀ ਹੈ ਬੇਸਿਕ ਸੈਲਰੀ ਦਾ 20% ਹੈ ਜੋ ਜ਼ਰੂਰ ਅਦਾਇਗੀ ਕੀਤੀ ਜਾਏਗੀ। ਨੈਕਸਟ ਹੈ ਜੀ ਫੀਲਡ ਆਰਟਿਸਟ ਦੀ ਅਸੀਂ ਗੱਲ ਕਰੀਏ ਤਾਂ ਫੀਲਡ ਆਰਟਿਸਟ ਦੇ ਲਈ ਇਹਨੇ ਕਿਹਾ ਹੈ ਕਿ ਗ੍ਰੈਜੂਏਟ ਹੋਵੇ ਇਨ ਮਿਊਜ਼ਿਕ ਔਰ ਡਰਾਮਾ ਔਰ ਡਾਂਸ ਫਰੋਮ ਏ ਰਿਕੋਗਨਾਈਜ਼ਡ ਯੂਨੀਵਰਸਿਟੀ, ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਮਿਊਜ਼ਿਕ ਦੇ ਵਿੱਚ, ਡਰਾਮਾ ਦੇ ਵਿੱਚ ਜਾਂ ਡਾਂਸ ਦੇ ਵਿੱਚ ਜਿਹੜੀ ਗ੍ਰੈਜੂਏਸ਼ਨ ਦੀ ਪੜ੍ਹਾਈ ਹੈ ਜਿਹੜੀ ਕੀਤੀ ਹੋਣੀ ਲਾਜ਼ਮੀ ਹੈ। ਨੈਕਸਟ ਆ ਗਿਆ ਜੀ ਟੈਕਸੀਡਰਮਿਸਟ। ਟੈਕਸੀਡਰਮਿਸਟ ਦੀ ਅਸੀਂ ਗੱਲ ਕਰੀਏ ਤਾਂ ਇਹਦੇ ਵਿੱਚ ਇਹਨਾਂ ਨੇ ਕੀ ਕਿਹਾ ਹੈ? BSc ਇਨ ਜੂਓਲੋਜੀ ਆਨਰਸ ਫਰੋਮ ਏ ਰਿਕੋਗਨਾਈਜ਼ਡ ਯੂਨੀਵਰਸਿਟੀ, ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਜੂਓਲੋਜੀ ਦੇ ਆਨਰਸ ਦੇ ਵਿੱਚ ਜਿਹੜੀ ਹੈ ਉਹ BSc ਕਰੀ ਹੋਵੇ। ਤਾਂ ਇਹਦੇ ਵਿੱਚ ਵੀ ਸੇਮ ਕੰਡੀਸ਼ਨ ਰੱਖੀ ਗਈ ਹੈ ਜੀ ਕਿ ਕੈਂਡੀਡੇਟ ਨੂੰ 6 ਮਹੀਨੇ ਦੀ ਜੋ ਟ੍ਰੇਨਿੰਗ ਤੇ ਜਾਣਾ ਪਵੇਗਾ ਆਪਣੇ ਖਰਚੇ ਦੇ ਉੱਤੇ, ਔਰ ਉਸ ਸਮੇਂ ਦੇ ਦੌਰਾਨ ਉਸ ਨੂੰ ਜੋ ਉਸਦੀ ਬੇਸਿਕ ਪੇ ਹੋਏਗੀ ਉਸ ਦੀ 20% ਜੋ ਅਦਾਇਗੀ ਹੈ ਉਹ ਕੀਤੀ ਜਾਏਗੀ। ਨੈਕਸਟ ਸਾਡੇ ਕੋਲ ਆ ਗਿਆ ਜੀ ਪੁਰਾਲੇਖ ਵਿਭਾਗ ਜਿਸ ਦੇ ਵਿੱਚ ਪੋਸਟਾਂ ਨਿਕਲੇ ਸਨ ਕੈਟਾਲਗਰ ਦੀਆਂ। ਕੈਟਾਲਗਰ ਦੇ ਲਈ ਕੀ ਕਿਹਾ ਇਹਨਾਂ ਨੇ? ਸ਼ੁੱਡ ਵੀ ਗ੍ਰੈਜੂਏਟ ਫਰੋਮ ਏ ਰਿਕੋਗਨਾਈਜ਼ਡ ਯੂਨੀਵਰਸਿਟੀ, ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ BA ਦੀ ਪੜ੍ਹਾਈ ਕੀਤੀ ਹੋਵੇ, ਗ੍ਰੈਜੂਏਸ਼ਨ ਕੀਤੀ ਹੋਵੇ। ਸ਼ੁੱਡ ਹੈਵ ਡਨ ਸਰਟੀਫਿਕੇਟ ਕੋਰਸ ਆਫ ਪਰਸ਼ੀਅਨ ਔਰ ਉਰਦੂ ਫਰੋਮ ਰਿਕੋਗਨਾਈਜ਼ਡ ਯੂਨੀਵਰਸਿਟੀ, ਪਰਸ਼ੀਅਨ ਜਾਂ ਉਰਦੂ ਭਾਸ਼ਾ ਦੇ ਵਿੱਚ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਜੋ ਹੈ ਸਰਟੀਫਿਕੇਟ ਕੋਰਸ ਜਿਹੜਾ ਉਹ ਕੀਤਾ ਹੋਣਾ ਜ਼ਰੂਰੀ ਹੈ। ਔਰ ਇੱਕ ਇਹਦੇ ਵਿੱਚ ਹੋਰ ਕੰਡੀਸ਼ਨ ਲਾਈ ਗਈ ਹੈ possess at least 120 hours course with the experience in the use of personal computer or information technology, 120 ਘੰਟਿਆਂ ਦਾ ਜੋ ਕੋਰਸ ਹੈ ਕੰਪਿਊਟਰ ਕੋਰਸ ਹੈ ਉਹ ਕੀਤਾ ਹੋਣਾ ਲਾਜ਼ਮੀ ਹੈ ਤਾਂ ਕਿ ਜੋ ਕਿ ਉਸ ਨੂੰ ਕੰਪਿਊਟਰ ਦੇ ਵਿੱਚ ਜਿਹੜੀ ਮਹਾਰਤ ਹੋਣੀ ਹੈ ਉਹ ਜ਼ਰੂਰੀ ਹੈ। ਔਰ ਜੋ ਇਹ ਕੋਰਸ ਹੈ ਜੀ ਇਹ ਕਿਸੇ ਵੀ ਜੋ ਮਾਨਤਾ ਪ੍ਰਾਪਤ ਜੋ ISO 9001 ਸਰਟੀਫਾਈਡ ਜੋ ਇੰਸਟੀਚਿਊਟ ਹੈ ਉਸ ਤੋਂ ਕੀਤਾ ਹੋਣਾ ਜ਼ਰੂਰੀ ਹੈ। ਔਰ ਇਸ ਦੇ ਵਿੱਚ ਸਾਨੂੰ ਇੱਕ ਜੋ ਸੈਕੰਡ ਆਪਸ਼ਨ ਦਿੱਤੀ ਗਈ ਹੈ ਉਹ ਇਹ ਹੈ ਕਿ possess a computer information technology course equivalent to O level certificate of Department of Electronics accreditation of computer course of Government of India,
ਜਾਂ ਫਿਰ ਜੋ ਗਵਰਨਮੈਂਟ ਆਫ ਇੰਡੀਆ ਤੋਂ ਜੋ ਓ ਲੈਵਲ ਦਾ ਜੋ ਸਰਟੀਫਿਕੇਟ ਕੋਰਸ ਕਰਵਾਇਆ ਜਾਂਦਾ ਹੈ ਕੰਪਿਊਟਰ ਦੇ ਵਿੱਚ, ਉਹ ਵਿਦਿਆਰਥੀ ਕੋਲ ਜ਼ਰੂਰ ਹੋਣਾ ਚਾਹੀਦਾ ਹੈ। ਨੈਕਸਟ ਜੋ ਇਸੇ ਵਿਭਾਗ ਦੇ ਵਿੱਚ ਪੋਸਟ ਨਿਕਲੀ ਸੀ ਜਿਲਦ ਸਾਜ਼ ਦੀ, ਤਾਂ ਉਸ ਦੇ ਲਈ ਕੀ ਸਾਨੂੰ ਜੋ ਵਿਦਿਅਕ ਯੋਗਤਾ ਚਾਹੀਦੀ ਹੈ, ਸ਼ੁੱਡ ਬੀ ਏ ਗ੍ਰੈਜੂਏਟ ਫਰੋਮ ਏ ਰਿਕੋਗਨਾਈਜ਼ਡ ਯੂਨੀਵਰਸਿਟੀ। ਇੱਕ ਤਾਂ ਇਹੀ ਹੈ ਕਿ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੋਵੇ, ਐਂਡ ਦ ਸਕਸੈਸਫੁਲ ਕੈਂਡੀਡੇਟ ਵਿਲ ਹੈਵ ਟੂ ਅੰਡਰਗੋ ਐਟ ਲੀਸਟ 1 ਮੰਥ ਟ੍ਰੇਨਿੰਗ। ਤਾਂ ਇਹਦੇ ਵਿੱਚ ਉਹੀ ਗੱਲ ਕਹੀ ਗਈ ਹੈ ਕਿ ਜੋ ਵੀ ਕੈਂਡੀਡੇਟ ਇਸ ਦੇ ਵਿੱਚ ਸਿਲੈਕਟ ਹੁੰਦਾ ਹੈ, ਉਸ ਨੂੰ 1 ਮਹੀਨੇ ਦੀ ਜੋ ਟ੍ਰੇਨਿੰਗ ਦੇ ਲਈ ਜਾਣਾ ਪਵੇਗਾ ਆਪਣੇ ਖਰਚੇ ਦੇ ਉੱਤੇ, ਔਰ ਉਸ ਸਮੇਂ ਦੇ ਦੌਰਾਨ ਉਸ ਨੂੰ ਜੋ ਉਸਦੀ ਬੇਸਿਕ ਪੇ ਹੈ, ਉਸ ਦੀ 20% ਜੋ ਅਦਾਇਗੀ ਹੈ ਉਹ ਕੀਤੀ ਜਾਏਗੀ। ਨੈਕਸਟ ਜੋ ਇਸੇ ਵਿਭਾਗ ਦੀ ਪੋਸਟ ਹੈ ਜੀ ਜੂਨੀਅਰ ਤਕਨੀਕੀ ਸਹਾਇਕ ਦੀ, ਉਸ ਦੇ ਲਈ ਕੀ ਵਿਦਿਅਕ ਯੋਗਤਾ ਸਾਨੂੰ ਦੱਸੀ ਗਈ ਹੈ, ਸ਼ੁੱਡ ਬੀ ਏ ਗ੍ਰੈਜੂਏਟ ਫਰੋਮ ਏ ਰਿਕੋਗਨਾਈਜ਼ਡ ਯੂਨੀਵਰਸਿਟੀ। ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਹੋਵੇ। ਸ਼ੁੱਡ ਹੈਵ ਡਨ ਸਰਟੀਫਿਕੇਟ ਕੋਰਸ ਆਫ ਪਰਸੀਅਨ ਔਰ ਉਰਦੂ ਲੈਂਗੁਏਜ ਫਰੋਮ ਰਿਕੋਗਨਾਈਜ਼ਡ ਯੂਨੀਵਰਸਿਟੀ। ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਪਰਸ਼ੀਅਨ ਔਰ ਉਰਦੂ ਭਾਸ਼ਾ ਦੇ ਵਿੱਚ ਜੋ ਸਰਟੀਫਿਕੇਟ ਕੋਰਸ ਕੀਤਾ ਹੋਵੇ। possess at least 120 hours course with hands on experience in the use of personal computer। 120 ਘੰਟੇ ਦਾ ਕੰਪਿਊਟਰ ਕੋਰਸ ਕੀਤਾ ਹੋਵੇ ਕਿਸੇ ਵੀ ਜੋ ISO 9001 ਸਰਟੀਫਾਈਡ ਇੰਸਟੀਚਿਊਟ ਹੈ, ਔਰ ਜਾਂ ਫਿਰ ਗਵਰਨਮੈਂਟ ਆਫ ਇੰਡੀਆ ਦੇ ਮਾਨਤਾ ਪ੍ਰਾਪਤ ਸੰਸਥਾ ਤੋਂ ਕੰਪਿਊਟਰ ਦਾ O ਲੈਵਲ ਦਾ ਸਰਟੀਫਿਕੇਟ ਉਸ ਕੋਲ ਹੋਣਾ ਲਾਜ਼ਮੀ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ। ਇਸ ਦੇ ਵਿੱਚ ਜੋ ਅਸਾਮੀਆਂ ਨਿਕਲੀਆਂ ਸਨ, ਜੋ ਪਹਿਲੀ ਅਸਾਮੀ ਸੀ ਜੀ ਉਹ ਸੀਗੀ ਲੈਬੋਰਟਰੀ ਸਹਾਇਕ ਦੀ। ਤਾਂ ਅਗਰ ਇਸ ਦੀ ਗੱਲ ਕਰੀਏ ਤਾਂ ਕਿਹੜੀ ਵਿਦਿਅਕ ਯੋਗਤਾ ਚਾਹੀਦੀ ਹੈ, ਸ਼ੁੱਡ ਹੈਵ ਪਾਸ ਦਾ ਸੀਨੀਅਰ ਸੈਕੰਡਰੀ ਪਾਰਟ 2 ਐਗਜ਼ਾਮੀਨੇਸ਼ਨ ਇਨ ਸਾਇੰਸ ਡਿਸਿਪਲਿਨ ਫਰੋਮ ਏ ਰਿਕੋਗਨਾਈਜ਼ਡ ਯੂਨੀਵਰਸਿਟੀ ਔਰ ਇੰਸਟੀਟਿਊਸ਼ਨ। ਸੀਨੀਅਰ ਸੈਕੰਡਰੀ ਭਾਵ ਕਿ +2 ਜੋ ਹੈ ਪਾਰਟ 2 ਹੈ ਜੋ ਐਗਜ਼ਾਮੀਨੇਸ਼ਨ ਹੈ, ਉਹ ਸਾਇੰਸ ਵਿਸ਼ੇ ਦੇ ਨਾਲ ਲਾਜ਼ਮੀ ਤੌਰ ਤੇ ਪਾਸ ਹੋਣਾ ਜ਼ਰੂਰੀ ਹੈ। ਨੈਕਸਟ ਜੋ ਪੋਸਟ ਹੈ ਜੀ ਉਹ ਹੈ ਖੇਤੀਬਾੜੀ ਉਪ ਨਿਰੀਖਕ ਦੀ। ਤਾਂ ਇਸ ਦੇ ਲਈ ਕੀ ਦੱਸਿਆ ਗਈ ਹੈ ਸਾਨੂੰ ਵਿਦਿਅਕ ਯੋਗਤਾ, ਸ਼ੁੱਡ ਹੈਵ ਪਾਸ ਦਾ ਸੀਨੀਅਰ ਸੈਕੰਡਰੀ ਪਾਰਟ 2 ਐਗਜ਼ਾਮੀਨੇਸ਼ਨ ਫਰੋਮ ਏ ਰਿਕੋਗਨਾਈਜ਼ਡ ਯੂਨੀਵਰਸਿਟੀ ਔਰ ਇੰਸਟੀਟਿਊਸ਼ਨ ਐਂਡ ਸ਼ੁੱਡ possess 2 year diploma in agriculture from the ਪੰਜਾਬ ਐਗਰੀਕਲਚਰ ਯੂਨੀਵਰਸਿਟੀ। ਇੱਕ ਤਾਂ ਇਹ ਕਿ +2 ਜੋ ਕਲਾਸ ਹੈ ਉਹ ਸਾਇੰਸ ਵਿਸ਼ੇ ਨਾਲ ਪਾਸ ਕੀਤੀ ਹੋਵੇ, ਔਰ ਦੂਸਰਾ ਕੀ ਹੈ ਕਿ 2 ਸਾਲ ਦਾ ਜੋ ਡਿਪਲੋਮਾ ਹੈ ਜਿਹੜਾ ਕਿ ਤੁਸੀਂ ਐਗਰੀਕਲਚਰ ਦੇ ਵਿੱਚ ਕੀਤਾ ਹੋਵੇ ਪੰਜਾਬ ਯੂਨੀਵਰਸਿਟੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ। ਔਰ ਨੈਕਸਟ ਜੋ ਇਹਦੇ ਵਿੱਚ ਦੱਸਿਆ ਗਿਆ ਹੈ ਜਾਂ ਫਿਰ ਸ਼ੁੱਡ possess ਬੈਚਲਰ ਡਿਗਰੀ ਇਨ ਐਗਰੀਕਲਚਰ ਫਰੋਮ ਏ ਰਿਕੋਗਨਾਈਜ਼ਡ ਯੂਨੀਵਰਸਿਟੀ, ਜਾਂ ਫਿਰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਜਿਵੇਂ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਉਸ ਤੋਂ ਜੋ BSc ਐਗਰੀਕਲਚਰ ਜਿਹੜੀ ਪੜ੍ਹਾਈ ਹੈ ਉਹ ਲਾਜ਼ਮੀ ਤੌਰ ਤੇ ਕੀਤੀ ਹੋਣੀ ਚਾਹੀਦੀ ਹੈ। ਹੋਰ ਕੁਝ ਸ਼ਰਤਾਂ ਜੋ ਇਹਨਾਂ ਅਸਾਮੀਆਂ ਦੇ ਲਈ ਲਾਜ਼ਮੀ ਹਨ ਤਾਂ ਉਹ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਣੀਆਂ ਹਨ। ਵਿਸ਼ੇਸ਼ ਤੌਰ ਤੇ ਜੋ ਰਾਖਵਾਂਕਰਨ ਹੈ, ਰਾਖਵੇਂਕਰਨ ਦੇ ਬਾਰੇ ਸਾਨੂੰ ਕੀ ਇਹਦੇ ਦੱਸਿਆ ਗਿਆ ਹੈ, ਉਪਰੋਕਤ ਸ਼੍ਰੇਣੀ ਅਤੇ ਇਸ ਦੇ ਕੋਡ ਦਾ ਧਿਆਨ ਰੱਖਦੇ ਹੋਏ ਆਨਲਾਈਨ ਫਾਰਮ ਸੁਚੇਤ ਹੋ ਕੇ ਭਰਨ, ਕਿਉਂਕਿ ਕਿਸੇ ਵੀ ਸਟੇਜ ਤੇ ਸ਼੍ਰੇਣੀ ਅਤੇ ਸ਼੍ਰੇਣੀ ਕੋਡ ਤਬਦੀਲ ਨਹੀਂ ਹੋਵੇਗਾ। ਜੋ ਵੱਖ-ਵੱਖ ਕੈਟਾਗਰੀਜ਼ ਦੇ ਵਿੱਚ ਜਿੰਨੀਆਂ ਵੀ ਪੋਸਟਾਂ ਹਨ ਉਹਨਾਂ ਨੂੰ ਅਪਲਾਈ ਕਰਦੇ ਸਮੇਂ ਤੁਸੀਂ ਸ਼੍ਰੇਣੀ ਕੋਡ ਨੂੰ ਬਹੁਤ ਹੀ ਧਿਆਨਪੂਰਵਕ ਭਰਨਾ ਹੈ, ਕਿਉਂਕਿ ਜੋ ਸ਼੍ਰੇਣੀ ਕੋਡ ਹੈ ਉਹ ਕਿਸੇ ਵੀ ਹਾਲ ਦੇ ਵਿੱਚ ਚੇਂਜ ਨਹੀਂ ਹੋਵੇਗਾ। ਦੂਸਰੀ ਗੱਲ ਇਹ ਹੈ ਕਿ ਉਮੀਦਵਾਰ ਕਿਸੇ ਵੀ ਅਜਿਹੀ ਸ਼੍ਰੇਣੀ ਵਿਰੁੱਧ ਅਪਲਾਈ ਨਾ ਕਰਨ ਜਿਸ ਦੇ ਅਸਾਮੀ ਉੱਪਰ ਸਾਰਣੀ ਵਿੱਚ ਦਰਜ ਨਹੀਂ ਕੀਤੀ ਗਈ, ਭਾਵ ਕਿ ਜੋ ਕੋਡ ਦਿੱਤੇ ਗਏ ਹਨ ਜਾਂ ਜੋ ਰਾਖਵਾਂਕਰਨ ਦਿੱਤਾ ਗਿਆ ਹੈ ਤੁਸੀਂ ਸਿਰਫ ਉਹਨਾਂ ਦੇ ਵਿੱਚ ਹੀ ਅਪਲਾਈ ਕਰਨਾ ਹੈ। ਤੀਸਰੀ ਗੱਲ ਇਸ ਦੇ ਵਿੱਚ ਕਹੀ ਗਈ ਹੈ ਕਿ ਰਾਖਵਾਂਕਰਨ ਦਾ ਲਾਭ ਕੇਵਲ ਪੰਜਾਬ ਦੇ ਵਸਨੀਕਾਂ ਨੂੰ ਹੀ ਮਿਲਣਯੋਗ ਹੋਵੇਗਾ, ਇਸ ਲਈ ਸ਼੍ਰੇਣੀ ਦੇ ਸ਼੍ਰੇਣੀ ਕੋਡ ਭਰਨ ਸਮੇਂ ਉਮੀਦਵਾਰ ਇਸ ਗੱਲ ਦਾ ਧਿਆਨ ਰੱਖਣ ਤਾਂ ਜੋ ਕਿਸੇ ਦੂਸਰੇ ਰਾਜਾਂ ਤੋਂ ਕੈਂਡੀਡੇਟਸ ਹਨ ਉਹਨਾਂ ਨੂੰ ਰਾਖਵੇਂਕਰਨ ਦਾ ਜੋ ਲਾਭ ਹੈ ਉਹ ਨਹੀਂ ਦਿੱਤਾ ਜਾਏਗਾ। ਇਹ ਬਿਲਕੁਲ ਇਹਦੇ ਵਿੱਚ ਸਪਸ਼ਟ ਕਰ ਦਿੱਤਾ ਗਿਆ ਹੈ। ਰਾਖਵੇਂਕਰਨ ਦਾ ਲਾਭ ਲੈਣ ਲਈ ਉਮੀਦਵਾਰ ਪੰਜਾਬ ਦਾ ਵਸਨੀਕ ਹੋਣ ਦਾ ਤਾਜ਼ਾ ਜਾਰੀ ਕੀਤਾ ਹੋਇਆ ਸਰਟੀਫਿਕੇਟ ਪੇਸ਼ ਕਰੇਗਾ, ਔਰ ਜੋ ਤੁਸੀਂ ਇਹ ਡੋਮਿਸਾਈਲ ਪੇਸ਼ ਕਰੋਗੇ ਇਹ 5 ਸਾਲ ਦੇ ਅਰਸੇ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਜੀ। ਅਨੁਸੂਚਿਤ ਜਾਤੀ, ਪਛੜੀ ਸ਼੍ਰੇਣੀ, ਸਾਬਕਾ ਫੌਜੀ, ਅੰਗਹੀਨ ਖਿਡਾਰੀ ਸ਼੍ਰੇਣੀ, ਆਰਥਿਕ ਤੌਰ ਤੇ ਕਮਜ਼ੋਰ ਵਰਗ ਦਾ ਸਰਟੀਫਿਕੇਟ ਪੰਜਾਬ ਸਰਕਾਰ ਦੀਆਂ ਪ੍ਰਚਲਿਤ ਹਦਾਇਤਾਂ ਅਨੁਸਾਰ ਹੋਣਾ ਲਾਜ਼ਮੀ ਹੈ। ਉਮੀਦਵਾਰ ਕਾਉਂਸਲਿੰਗ ਸਮੇਂ ਅਤੇ ਹੋਰ ਕਿਸੇ ਵੀ ਸਟੇਜ ਤੇ ਬੋਰਡ ਦੀ ਮੰਗ ਅਨੁਸਾਰ ਆਪਣੀ ਸ਼੍ਰੇਣੀ ਨਾਲ ਸੰਬੰਧਿਤ ਹਰ ਤਰ੍ਹਾਂ ਦਾ ਪੁਖਤਾ ਸਰਟੀਫਿਕੇਟ ਸਬੂਤ ਵਜੋਂ ਪੇਸ਼ ਕਰੇਗਾ। ਕਾਉਂਸਲਿੰਗ ਸਮੇਂ ਕਿਸੇ ਵੀ ਲੋੜੀਂਦੇ ਦਸਤਾਵੇਜ਼ ਦੀ ਅਣਹੋਂਦ ਵਿੱਚ ਉਮੀਦਵਾਰ ਦੀ ਉਪਰੋਕਤ ਅਸਾਮੀਆਂ ਲਈ ਨਹੀਂ ਵਿਚਾਰਿਆ ਜਾਵੇਗਾ ਤੇ ਮੈਰਿਟ ਲਿਸਟ ਵਿੱਚ ਮੌਜੂਦ ਅਗਲੇ ਯੋਗ ਉਮੀਦਵਾਰ ਨੂੰ ਵਿਚਾਰਦੇ ਹੋਏ ਉਸ ਦਾ ਨਾਮ ਸੰਬੰਧਿਤ ਵਿਭਾਗ ਨੂੰ ਸਿਫਾਰਿਸ਼ ਕਰ ਦਿੱਤਾ ਜਾਵੇਗਾ। ਤਾਂ ਤੁਸੀਂ ਜਿਸ ਵੀ ਕੈਟੇਗਰੀ ਦੇ ਵਿੱਚ ਕੋਈ ਵੀ ਜੋ ਬੈਨੀਫਿਟ ਲੈ ਰਹੇ ਹੋ
ਤਾਂ ਉਸ ਕੈਟੇਗਰੀ ਨਾਲ ਸੰਬੰਧਿਤ ਤੁਹਾਨੂੰ ਜੋ ਸਰਟੀਫਿਕੇਟ ਹੈ ਉਹ ਕਾਉਂਸਲਿੰਗ ਦੌਰਾਨ ਪੇਸ਼ ਕਰਨਾ ਲਾਜ਼ਮੀ ਹੋਵੇਗਾ। ਔਰ ਅਗਰ ਤੁਸੀਂ ਇਹਨਾਂ ਅਸਾਮੀਆਂ ਦੇ ਲਈ ਜੋ ਤੁਸੀਂ ਰਾਖਵਾਂਕਰਨ ਲਿਆ ਹੈ ਉਸ ਨਾਲ ਸੰਬੰਧਿਤ ਸਰਟੀਫਿਕੇਟ ਪੇਸ਼ ਨਹੀਂ ਕਰਦੇ ਤਾਂ ਜੋ ਤੁਹਾਡੀ ਪਾਤਰਤਾ ਉਸ ਨੂੰ ਰੱਦ ਕਰ ਦਿੱਤਾ ਜਾਵੇਗਾ। ਬਿਲਕੁਲ ਕਲੀਅਰ ਕੱਟ ਇਸ ਦੇ ਵਿੱਚ ਲਿਖਿਆ ਗਿਆ ਹੈ। ਅਗਰ ਅਸੀਂ ਐਕਸ ਸਰਵਿਸਮੈਨ ਦੀ ਗੱਲ ਕਰੀਏ ਤਾਂ ਐਕਸ ਸਰਵਿਸਮੈਨ ਦੇ ਵਿੱਚ ਉਹਨਾਂ ਨੇ ਬਿਲਕੁਲ ਕਲੀਅਰ ਕੱਟ ਲਿਖਤਾ ਹੈ ਕਿ ਐਕਸ ਸਰਵਿਸਮੈਨ ਦੀ ਅਸਾਮੀ ESM ਉਮੀਦਵਾਰਾਂ ਵਿੱਚੋਂ ਹੀ ਭਰੀ ਜਾਵੇਗੀ। ਉਮੀਦਵਾਰ ਉਪਲਬਧ ਨਾ ਹੋਣ ਦੀ ਸਥਿਤੀ ਵਿੱਚ ਹੀ ਇਹ ਅਸਾਮੀ ESM ਡਿਪੈਂਡੈਂਟ ਉਮੀਦਵਾਰਾਂ ਵਿੱਚ ਭਰੀ ਜਾਵੇਗੀ, ਭਾਵ ਕਿ ਉਹਨਾਂ ਉਮੀਦਵਾਰਾਂ ਦੇ ਵਿੱਚ ਭਰੀ ਜਾਵੇਗੀ ਜੋ ਐਕਸ ਸਰਵਿਸਮੈਨ ਦੇ ਉੱਤੇ ਡਿਪੈਂਡੈਂਟ ਹਨ। ਤਾਂ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਤਨਖਾਹ ਸਕੇਲ ਦੀ। ਕਿੰਨਾ ਜੋ ਤਨਖਾਹ ਸਕੇਲ ਹੈ ਇਹਨਾਂ ਅਸਾਮੀਆਂ ਦੇ ਲਈ ਰੱਖਿਆ ਗਿਆ ਹੈ। ਤਾਂ ਅਗਰ ਅਸੀਂ ਗੱਲ ਕਰੀਏ ਪਹਿਲੇ ਅਸਾਮੀ ਦੀ ਜੋ ਕਿ ਸਹਾਇਕ ਖਜ਼ਾਨਚੀ ਦੀ ਹੈ ਔਰ ਡਾਇਰੈਕਟਰ ਖਜ਼ਾਨਾ ਤੇ ਲੇਖਾ ਵਿਭਾਗ ਦੇ ਵਿੱਚ ਹੈ, ਤਾਂ ਇਸ ਦੇ ਲਈ ਜੋ ਬੇਸਿਕ ਸੈਲਰੀ ਰੱਖੀ ਗਈ ਹੈ ਜੀ ਉਹ ਹੈ ਜੀ 25,500। ਨੈਕਸਟ ਅਸੀਂ ਗੱਲ ਕਰਦੇ ਹਾਂ ਡਾਇਰੈਕਟਰ ਸੱਭਿਆਚਾਰਕ ਮਾਮਲੇ, ਜਿਸ ਦੇ ਵਿੱਚ ਗੈਲਰੀ ਸਹਾਇਕ ਦੀ ਪੋਸਟ ਹੈ। ਤਾਂ ਇਸ ਦੇ ਲਈ ਜੋ ਬੇਸਿਕ ਸੈਲਰੀ ਰੱਖੀ ਗਈ ਹੈ ਉਹ ਹੈ ਜੀ 29,200 ਲੈਵਲ 5 ਦੇ ਵਿੱਚ ਰੱਖਿਆ ਗਿਆ ਹੈ। ਫੀਲਡ ਆਰਟਿਸਟ ਜਿਸ ਦੀ ਬੇਸਿਕ ਸੈਲਰੀ ਹੈ ਜੀ 25,500 ਲੈਵਲ 4 ਦੇ ਵਿੱਚ ਰੱਖਿਆ ਗਿਆ ਹੈ। ਟੈਕਸੀ ਡਰਮਿਸਟ ਇਸ ਦੀ ਜੋ ਬੇਸਿਕ ਸੈਲਰੀ ਹੈ ਜੀ 19,900 ਲੈਵਲ 2 ਦੇ ਵਿੱਚ ਰੱਖਿਆ ਗਿਆ ਇਸ ਨੂੰ। ਕੈਟਾਲਗਰ ਜਿਸ ਦੀ ਬੇਸਿਕ ਸੈਲਰੀ ਹੈ ਜੀ 29,200 ਰੁਪਈਆ ਲੈਵਲ 5 ਦੇ ਵਿੱਚ ਇਸ ਨੂੰ ਰੱਖਿਆ ਗਿਆ ਹੈ। ਨੈਕਸਟ ਸਾਡੇ ਕੋਲ ਜੋ ਅਸਾਮੀ ਆਉਂਦੀ ਹੈ ਜੀ ਉਹ ਹੈ ਜੀ ਜਿਲਦ ਸਾਜ਼ ਦੀ, ਜਿਸ ਦੀ ਜੋ ਬੇਸਿਕ ਸੈਲਰੀ ਹੈ 19,900 ਰੁਪਈਆ ਲੈਵਲ 2 ਦੇ ਵਿੱਚ ਜਿਸ ਨੂੰ ਰੱਖਿਆ ਗਿਆ ਹੈ। ਜੂਨੀਅਰ ਤਕਨੀਕੀ ਸਹਾਇਕ ਜਿਸ ਦੀ ਬੇਸਿਕ ਸੈਲਰੀ ਹੈ ਜੀ 35,400 ਰੁਪਈਆ ਲੈਵਲ 6 ਦੇ ਵਿੱਚ ਇਸ ਨੂੰ ਰੱਖਿਆ ਗਿਆ ਹੈ। ਨੈਕਸਟ ਸਾਡੇ ਕੋਲ ਜੋ ਵਿਭਾਗ ਆਉਂਦਾ ਜੀ ਉਹ ਹੈਗਾ ਡਾਇਰੈਕਟਰ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਪੰਜਾਬ, ਜਿਸ ਦੇ ਵਿੱਚ ਪਹਿਲੀ ਪੋਸਟ ਹੈ ਜੀ ਲੈਬੋਰਟਰੀ ਸਹਾਇਕ ਦੀ, ਜਿਸ ਦੀ ਬੇਸਿਕ ਸੈਲਰੀ ਹੈ ਜੀ 19,900 ਰੁਪਈਆ ਲੈਵਲ 2 ਦੇ ਵਿੱਚ ਰੱਖਿਆ ਗਿਆ ਹੈ। ਔਰ ਜੋ ਲਾਸਟ ਅਸਾਮੀ ਸਾਡੇ ਕੋਲ ਸੀ ਜੀ ਉਹ ਸੀਗੀ ਖੇਤੀਬਾੜੀ ਉਪ ਨਿਰੀਖਕ ਦੀ, ਜਿਸ ਦੀ ਜੋ ਬੇਸਿਕ ਸੈਲਰੀ ਹੈ ਉਹ ਹੈ 25,500 ਰੁਪਈਆ ਲੈਵਲ 4 ਦੇ ਵਿੱਚ ਰੱਖਿਆ ਗਿਆ ਹੈ। ਔਰ ਇਹਨਾਂ ਸਾਰੀਆਂ ਅਸਾਮੀਆਂ ਦੇ ਲਈ ਸਾਨੂੰ ਜੋ ਸਪੈਸ਼ਲ ਨੋਟ ਦਿੱਤਾ ਗਿਆ ਹੈ ਹਰੇਕ ਅਸਾਮੀ ਦੇ ਅਖੀਰ ਦੇ ਉੱਤੇ ਕਿ ਮੁੱਢਲੀ ਤਨਖਾਹ ਅਤੇ ਹੋਰ ਭੱਤਿਆਂ ਸੰਬੰਧੀ ਪੰਜਾਬ ਸਰਕਾਰ ਵਿੱਤ ਵਿਭਾਗ ਦਾ ਪੱਤਰ ਨੰਬਰ, ਸਾਨੂੰ ਪੱਤਰ ਨੰਬਰ ਦਿੱਤਾ ਗਿਆ ਹੈ ਅਤੇ ਇਸ ਸੰਬੰਧੀ ਸਮੇਂ-ਸਮੇਂ 'ਤੇ ਜਾਰੀ ਹੋਈਆਂ ਹੋਰ ਹਦਾਇਤਾਂ ਲਾਗੂ ਹੋਣਗੀਆਂ, ਭਾਵ ਕਿ ਜੋ ਵੀ ਹਦਾਇਤਾਂ ਇਸ ਪੱਤਰ ਦੇ ਅਨੁਸਾਰ ਲਾਗੂ ਹੁੰਦੀਆਂ ਹਨ ਉਹ ਸਾਰੀਆਂ ਹੀ ਅਸਾਮੀਆਂ ਦੇ ਉੱਤੇ ਲਾਗੂ ਹੋਣਗੀਆਂ। ਤਾਂ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਉਮਰ ਸੀਮਾ ਦੀ। ਤਾਂ ਉਮਰ ਸੀਮਾ ਦੀ ਅਗਰ ਅਸੀਂ ਗੱਲ ਕਰੀਏ ਤਾਂ ਸਾਰੀਆਂ ਅਸਾਮੀਆਂ ਦੇ ਲਈ ਹੀ ਜੋ ਉਮਰ ਸੀਮਾ ਹੈ ਉਹ ਘੱਟੋ ਘੱਟ 18 ਸਾਲ ਔਰ ਵੱਧੋ ਵੱਧ ਜੋ 37 ਸਾਲ ਦੀ ਉਮਰ ਸੀਮਾ ਉਹ ਰੱਖੀ ਗਈ ਹੈ। ਤਾਂ ਇਸ ਦੇ ਵਿੱਚ ਜੋ SC ਵਿਦਿਆਰਥੀ ਹਨ ਉਹਨਾਂ ਦੇ ਲਈ ਜੋ ਉੱਪਰਲੀ ਉਮਰ ਸੀਮਾ ਹੈ ਉਹ 42 ਸਾਲ ਰੱਖੀ ਗਈ ਹੈ। ਔਰ ਇਸੇ ਤਰ੍ਹਾਂ ਅਗਰ ਰਾਜ ਔਰ ਕੇਂਦਰੀ ਸਰਕਾਰ ਦੇ ਜੋ ਸਰਕਾਰੀ ਕਰਮਚਾਰੀ ਜੋ ਪਹਿਲਾਂ ਤੋਂ ਹੀ ਨੌਕਰੀ ਕਰ ਰਹੇ ਹਨ ਉਹਨਾਂ ਦੇ ਲਈ ਜੋ ਉੱਪਰਲੀ ਉਮਰ ਸੀਮਾ ਹੈ ਉਹ 45 ਸਾਲ ਰੱਖੀ ਗਈ ਹੈ, ਭਾਵ ਕਿ ਉਹਨਾਂ ਨੂੰ 8 ਸਾਲ ਦੀ ਜੋ ਵਿਸ਼ੇਸ਼ ਛੋਟ ਆ ਉਹ ਦਿੱਤੀ ਗਈ ਹੈ। ਇਸ ਤਰ੍ਹਾਂ ਜੋ ਪੰਜਾਬ ਦੇ ਵਸਨੀਕ ਹਨ ਔਰ ਅੰਗਹੀਨ ਹਨ ਉਹਨਾਂ ਨੂੰ 10 ਸਾਲ ਦੀ ਉਮਰ ਦੇ ਵਿੱਚ ਛੋਟ ਦਿੱਤੀ ਗਈ ਹੈ, ਭਾਵ ਕਿ ਉਹਨਾਂ ਦੇ ਲਈ ਜੋ ਉਮਰ ਸੀਮਾ ਹੈ ਉਹ 47 ਸਾਲ ਰੱਖੀ ਗਈ ਹੈ। ਤਾਂ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ ਫੀਸਾਂ ਦੀ, ਕਿੰਨੀਆਂ ਫੀਸਾਂ ਇਸ ਦੇ ਲਈ ਰੱਖੀਆਂ ਗਈਆਂ ਹਨ। ਤਾਂ ਅਗਰ ਅਸੀਂ ਆਮ ਵਰਗ ਦੀ ਗੱਲ ਕਰੀਏ ਤਾਂ ਉਸ ਦੇ ਲਈ ਜੋ ਫੀਸ ਹੈ ਉਹ ਜਨਰਲ ਵਰਗ ਦੇ ਲਈ 1,000 ਰੁਪਈਆ ਰੱਖੀ ਗਈ ਹੈ। ਔਰ ਇਸੇ ਤਰ੍ਹਾਂ ਅਗਰ ਅਸੀਂ ਗੱਲ ਕਰੀਏ SC BC ਔਰ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੀ ਜਾਂ ਸਾਬਕਾ ਫੌਜੀਆਂ ਦੀ ਜਾਂ ਆਸ਼ਰਿਤ ਦੀ, ਤਾਂ ਇਹਨਾਂ ਦੇ ਲਈ ਜੋ ਫੀਸ ਹੈ ਉਹ 200 ਰੁਪਈਆ ਰੱਖੀ ਗਈ ਹੈ। ਔਰ ਅਗਰ ਅਸੀਂ ਗੱਲ ਕਰਦੇ ਹਾਂ ਦਿਵਿਆਂਗ ਦੀ, ਜੋ ਉਹ ਲੋਕ ਜੋ ਕਿ ਫਿਜ਼ੀਕਲੀ ਹੈਂਡੀਕੈਪਟ ਹਨ, ਤਾਂ ਇਹਨਾਂ ਦੇ ਲਈ ਜੋ ਫੀਸ ਹੈ ਉਹ ਰੱਖੀ ਗਈ ਹੈ 500 ਰੁਪਈਆ ਰੱਖੀ ਗਈ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਚੋਣ ਵਿਧੀ ਦੀ, ਕੀ ਚੋਣ ਪ੍ਰਕਿਰਿਆ ਹੋਵੇਗੀ। ਤਾਂ ਇਹਦੇ ਵਿੱਚ ਬਿਲਕੁਲ ਕਲੀਅਰ ਕੱਟ ਲਿਖਿਆ ਗਿਆ ਹੈ ਕਿ ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਸਫਲਤਾਪੂਰਵਕ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ। ਬਿਲਕੁਲ ਜੀ, ਜੋ ਇਹਨਾਂ ਪੋਸਟਾਂ ਦੇ ਲਈ ਜੋ ਐਂਟਰੀ ਹੋਏਗੀ ਉਹ ਲਿਖਤੀ ਪ੍ਰੀਖਿਆ ਦੇ ਲਈ ਹੋਏਗੀ। ਲਿਖਤੀ ਪ੍ਰੀਖਿਆ ਦਾ ਸੰਭਾਵਿਤ ਸਿਲੇਬਸ ਚੋਣ ਵਿਧੀ ਦਾ ਪੈਟਰਨ ਬਾਅਦ ਵਿੱਚ ਬੋਰਡ ਦੀ ਵੈਬਸਾਈਟ 'ਤੇ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ। ਉਮੀਦਵਾਰਾਂ ਦੇ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਬਣੀ ਮੈਰਿਟ ਮੁਤਾਬਕ ਬੋਰਡ ਵੱਲੋਂ ਲਏ ਗਏ ਫੈਸਲੇ ਦੇ ਆਧਾਰ 'ਤੇ ਕਾਉਂਸਲਿੰਗ ਲਈ ਬੁਲਾਇਆ ਜਾਏਗਾ। ਲਿਖਤੀ ਟੈਸਟ ਹੋਏਗਾ ਜੀ ਔਰ ਉਸ ਲਿਖਤੀ ਟੈਸਟ ਦੇ ਆਧਾਰ 'ਤੇ ਹੀ ਵਿਦਿਆਰਥੀਆਂ ਨੂੰ ਕਾਉਂਸਲਿੰਗ ਦੇ ਲਈ ਬੁਲਾਇਆ ਜਾਏਗਾ। ਤਾਂ ਨੈਕਸਟ ਜੋ ਪੁਆਇੰਟ ਇਸ ਦੇ ਵਿੱਚ ਲਿਖਿਆ ਹੈ ਕਿ ਲਿਖਤੀ ਪ੍ਰੀਖਿਆ ਦੇ ਵਿੱਚ ਅਗਰ ਕੋਈ ਇਸ ਤਰ੍ਹਾਂ ਦਾ ਕੇਸ ਆਉਂਦਾ ਹੈ
ਕਿ 2 ਵਿਦਿਆਰਥੀ ਬਰਾਬਰ ਅੰਕ ਪ੍ਰਾਪਤ ਕਰਦੇ ਹਨ ਤਾਂ ਜਿਸ ਵੀ ਉਮੀਦਵਾਰ ਦੀ ਜਨਮ ਮਿਤੀ ਪਹਿਲਾਂ ਦੀ ਹੋਏਗੀ, ਭਾਵ ਕਿ ਜੋ ਕਿ ਉਮਰ ਦੇ ਵਿੱਚ ਵੱਡਾ ਹੋਏਗਾ, ਉਸ ਨੂੰ ਮੈਰਿਟ ਦੇ ਲਈ ਵਿਚਾਰਿਆ ਜਾਏਗਾ। ਔਰ ਅਗਰ ਕੋਈ ਇਸ ਤਰ੍ਹਾਂ ਦਾ ਕੇਸ ਆਉਂਦਾ ਹੈ ਕਿ ਜਨਮ ਮਿਤੀ 20 ਬਰਾਬਰ ਹੈ ਤਾਂ ਇਸ ਸੰਬੰਧੀ ਜੋ ਉਸਦੀ ਗ੍ਰੈਜੂਏਸ਼ਨ ਦੀ ਪ੍ਰਤੀਸ਼ਤਤਾ ਨੂੰ ਦੇਖਿਆ ਜਾਏਗਾ, ਭਾਵ ਕਿ ਗ੍ਰੈਜੂਏਸ਼ਨ ਦੇ ਵਿੱਚ ਕਿਸ ਕੈਂਡੀਡੇਟ ਦੇ, ਕਿਸ ਉਮੀਦਵਾਰ ਦੇ ਅੰਕ ਜ਼ਿਆਦਾ ਹਨ ਤਾਂ ਉਸ ਨੂੰ ਜੋ ਹੈ ਚੋਣ ਦੇ ਲਈ ਵਿਚਾਰਿਆ ਜਾਏਗਾ। ਤਾਂ ਇਸ ਦੇ ਵਿੱਚ ਇੱਕ ਗੱਲ ਹੋਰ ਹੈ ਕਿ ਅਗਰ ਗ੍ਰੈਜੂਏਸ਼ਨ ਦੇ ਵਿੱਚ ਵੀ ਦੋਨਾਂ ਵਿਦਿਆਰਥੀਆਂ ਦੇ ਮਾਰਕਸ ਬਰਾਬਰ ਆਉਂਦੇ ਹਨ ਤਾਂ ਫਿਰ 10ਵੀਂ ਦੇ ਮਾਰਕਸ ਦੇਖੇ ਜਾਣਗੇ। ਮੈਟ੍ਰਿਕ ਦੇ ਅੰਕਾਂ ਨੂੰ ਵਿਚਾਰਦੇ ਹੋਏ ਵੱਧ ਮੈਰਿਟ ਵਾਲੇ ਉਮੀਦਵਾਰ ਨੂੰ ਜਿਹੜਾ ਵਿਚਾਰਿਆ ਜਾਏਗਾ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਅਪਲਾਈ ਕਰਨ ਦੀ ਵਿਧੀ ਦੀ। ਕਿਸ ਤਰ੍ਹਾਂ ਤੁਸੀਂ ਅਪਲਾਈ ਕਰਨਾ ਹੈ। ਉਮੀਦਵਾਰ ਬੋਰਡ ਦੀ ਵੈਬਸਾਈਟ, ਜੋ ਸਾਨੂੰ ਵੈਬਸਾਈਟ ਦਿੱਤੀ ਗਈ ਹੈ ssb.punjab.gov.in ਤੇ ਆਨਲਾਈਨ ਐਪਲੀਕੇਸ਼ਨ ਅਧੀਨ ਮੁਹੱਈਆ ਲਿੰਕ ਤੇ ਕਲਿੱਕ ਕਰਕੇ ਮਿਤੀ 20/12/2022 ਤੋਂ 30/12/2022 ਸ਼ਾਮ 5 ਵਜੇ ਤੱਕ ਕੇਵਲ ਆਨਲਾਈਨ ਹੀ ਅਪਲਾਈ ਕਰ ਸਕਦੇ ਹਨ। ਹੋਰ ਕਿਸੇ ਵੀ ਵਿਧੀ ਰਾਹੀਂ ਪ੍ਰਾਪਤ ਐਪਲੀਕੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਰੱਦ ਸਮਝੀ ਜਾਏਗੀ। ਆਨਲਾਈਨ ਅਪਲਾਈ ਕਰਨ ਦੀਆਂ ਹਦਾਇਤਾਂ ਬੋਰਡ ਦੀ ਵੈਬਸਾਈਟ ਤੇ ਮੌਜੂਦ ਇਸ ਭਰਤੀ ਤੇ ਲਿੰਕ ਹੇਠ ਦਰਜ ਹਨ। ਉਮੀਦਵਾਰ ਇਸ ਲਿੰਕ ਤੇ ਕਲਿੱਕ ਕਰਨ ਉਪਰੰਤ ਇਹਨਾਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹ ਕੇ ਹਰ ਇੱਕ ਸਟੈਪ ਨੂੰ ਸਫਲਤਾਪੂਰਵਕ ਮੁਕੰਮਲ ਕਰਨ। ਬਿਨੈਕਾਰ ਨੂੰ ਹਰ ਅਸਾਮੀ ਲਈ ਵੱਖਰਾ ਆਨਲਾਈਨ ਫਾਰਮ ਅਤੇ ਵੱਖਰੀ ਫੀਸ ਭਰਨੀ ਹੋਵੇਗੀ। ਤਾਂ ਦੇਖੋ ਇਹਦੇ ਵਿੱਚ ਕੀ ਹੈ ਕਿ ਅਗਰ ਤੁਸੀਂ 2 ਜਾਂ 3 ਜਾਂ 4 ਅਸਾਮੀਆਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 2, 3 ਜਾਂ 4 ਵਾਰ ਹੀ ਆਨਲਾਈਨ ਫਾਰਮ ਸਬਮਿਟ ਕਰਨੇ ਹੋਣਗੇ ਔਰ ਹਰੇਕ ਫਾਰਮ ਦੇ ਲਈ ਤੁਹਾਨੂੰ ਜੋ ਵੱਖਰੀ ਫੀਸ ਹੈ ਉਹ ਅਦਾਇਗੀ ਕਰਨੀ ਜ਼ਰੂਰੀ ਹੋਏਗੀ। ਤਾਂ ਕਿਸ ਤਰ੍ਹਾਂ ਤੁਸੀਂ ਅਪਲਾਈ ਕਰਨਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਨੀ ਹੈ। ਰਜਿਸਟ੍ਰੇਸ਼ਨ ਸਫਲ ਹੋਣ ਉਪਰੰਤ ਯੂਜ਼ਰ ਨੇਮ ਜਨਰੇਟ ਹੋ ਜਾਵੇਗਾ। ਇਸ ਦੀ ਵਰਤੋਂ ਕਰਕੇ ਉਮੀਦਵਾਰ ਫਿਰ ਤੋਂ ਲੌਗਇਨ ਕਰਕੇ ਸਟੈਪ ਵਾਈਜ਼ ਹਰ ਪੱਖੋਂ ਮੁਕੰਮਲ ਐਪਲੀਕੇਸ਼ਨ ਫਾਰਮ ਭਰਨਗੇ ਔਰ ਇਸ ਨੂੰ ਸਬਮਿਟ ਕਰਨਗੇ। ਪਰੰਤੂ ਇਹ ਐਪਲੀਕੇਸ਼ਨ ਫਾਰਮ ਫੀਸ ਦੀ ਸਫਲਤਾਪੂਰਵਕ ਅਦਾਇਗੀ ਹੋਣ ਉਪਰੰਤ ਹੀ ਸਵੀਕਾਰ ਕੀਤਾ ਜਾਏਗਾ। ਹੁਣ ਜਦੋਂ ਤੁਸੀਂ ਆਪਣਾ ਐਪਲੀਕੇਸ਼ਨ ਫਾਰਮ ਭਰ ਦੇਣਾ ਹੈ ਤਾਂ ਉਸ ਤੋਂ ਬਾਅਦ ਜੋ ਤੁਹਾਡਾ ਮੈਟ੍ਰਿਕ ਦਾ ਜਨਮ ਮਿਤੀ ਵਾਲਾ ਸਰਟੀਫਿਕੇਟ ਹੈ, 12ਵੀਂ ਦਾ ਸਰਟੀਫਿਕੇਟ ਹੈ, ਗ੍ਰੈਜੂਏਸ਼ਨ ਸਰਟੀਫਿਕੇਟ ਆਦਿ ਸਕੈਨ ਕਰਕੇ ਅਪਲੋਡ ਕਰਨੇ ਹੋਣਗੇ ਤੁਸੀਂ। ਇਹਨਾਂ ਦਸਤਾਵੇਜ਼ ਦੇ ਅਪਲੋਡ ਹੋਣ ਤੇ ਮੁਕੰਮਲ ਆਨਲਾਈਨ ਐਪਲੀਕੇਸ਼ਨ ਫਾਰਮ ਸਬਮਿਟ ਹੋਣ ਤੋਂ ਬਾਅਦ ਇੱਕ ਦਿਨ ਛੱਡ ਕੇ, ਭਾਵ ਕਿ ਤੀਜੇ ਦਿਨ ਜੋ ਹੈ ਤੁਸੀਂ ਆਪਣੀ ਜੋ ਫੀਸ ਹੈ ਉਸ ਦੀ ਅਦਾਇਗੀ ਕਰ ਸਕਦੇ ਹੋ। ਫੀਸ ਜੋ ਹੈ ਤੁਸੀਂ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ ਜਾਂ ਫਿਰ ਬੈਂਕ ਦੇ ਵਿੱਚ ਜਾ ਕੇ ਵੀ ਤੁਸੀਂ ਇਸ ਫੀਸ ਨੂੰ ਭਰ ਸਕਦੇ ਹੋ। ਦੇਖੋ ਹੁਣ ਇਹਦੇ ਵਿੱਚ ਕੀ ਹੈ ਕਿ ਫੀਸ ਜਮ੍ਹਾਂ ਕਰਾਉਣ ਦੀ ਜੋ ਆਖਰੀ ਮਿਤੀ ਹੈ ਉਹ 2 ਜਨਵਰੀ 2023 ਹੈ। ਰਜਿਸਟ੍ਰੇਸ਼ਨ ਕਰਨ ਉਪਰੰਤ ਬੋਰਡ ਦੀ ਵੈਬਸਾਈਟ ਤੇ ਮੌਜੂਦ ਭਰਤੀ ਦੇ ਲਿੰਕ ਤੇ ਕਲਿੱਕ ਕਰੋ। ਅਪਲੋਡ ਫੋਟੋ, ਸਾਈਨ, ਪੇ ਫੀਸ, ਪ੍ਰਿੰਟ ਐਪਲੀਕੇਸ਼ਨ ਲਿੰਕ ਤੇ ਕਲਿੱਕ ਕਰੋ, ਲੌਗਇਨ ਕਰੋ। ਬੋਰਡ ਦੀ ਵੈਬਸਾਈਟ ਤੇ ਲੌਗਇਨ ਕਰਨ ਲਈ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ ਜੋ ਕਿ ਡੇਟ, ਮੰਥ, ਈਅਰ ਫਾਰਮੈਟ ਵਿੱਚ ਭਰਨੀ ਹੋਵੇਗੀ। ਆਨਲਾਈਨ ਫੀਸ ਭਰਨ ਦੀ ਬੈਂਕ ਦੀ ਵੈਬਸਾਈਟ ਤੇ ਲੌਗਇਨ ਕਰਨ ਲਈ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ ਡੇਟ, ਮੰਥ, ਈਅਰ ਫਾਰਮੈਟ ਦੇ ਵਿੱਚ ਭਰਨੀ ਲਾਜ਼ਮੀ ਹੋਵੇਗੀ। ਹੁਣ ਨੈਕਸਟ ਸਾਨੂੰ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਉਮੀਦਵਾਰ ਆਨਲਾਈਨ ਐਪਲੀਕੇਸ਼ਨ ਸਬਮਿਟ ਕਰਨ ਉਪਰੰਤ ਵੈਬਸਾਈਟ ਤੇ ਮੌਜੂਦ ਅਪਲੋਡ ਫੋਟੋ, ਸਾਈਨ, ਪੇ ਫੀਸ, ਪ੍ਰਿੰਟ ਐਪਲੀਕੇਸ਼ਨ ਲਿੰਕ ਤੇ ਕਲਿੱਕ ਕਰਕੇ ਫੀਸ ਦਾ ਭੁਗਤਾਨ ਕਰ ਸਕਣਗੇ। ਫੀਸ ਜੋ ਭਰਨ ਦੀ ਆਖਰੀ ਮਿਤੀ ਹੈ ਜੀ ਉਹ ਹੈ 2 ਜਨਵਰੀ 2023। ਇਸ ਫੀਸ ਨੂੰ ਤੁਸੀਂ ਕਿਸੇ ਵੀ ਕੰਮਕਾਜ ਵਾਲੇ ਦਿਨ ਸਟੇਟ ਬੈਂਕ ਆਫ ਇੰਡੀਆ ਦੀ ਕਿਸੇ ਵੀ ਸ਼ਾਖਾ ਵਿੱਚ ਚਲਾਨ ਰਾਹੀਂ ਜਾਂ ਕਿਸੇ ਵੀ ਦਿਨ ਨੈਟ ਬੈਂਕਿੰਗ ਜਾਂ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਜਾਂ UPI ਰਾਹੀਂ ਫੀਸ ਤੁਸੀਂ ਜਮ੍ਹਾਂ ਕਰਵਾ ਸਕਦੇ ਹੋ। ਉਮੀਦਵਾਰ ਦੁਆਰਾ ਲੋੜੀਂਦੀ ਫੀਸ ਜਮ੍ਹਾਂ ਕਰਵਾਉਣ ਉਪਰੰਤ ਹੀ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਮੁਕੰਮਲ ਹੋ ਸਕੇਗੀ ਅਤੇ ਆਨਲਾਈਨ ਐਪਲੀਕੇਸ਼ਨ ਫਾਰਮ ਸਵੀਕਾਰ ਕੀਤਾ ਜਾਏਗਾ। ਜੇਕਰ ਉਮੀਦਵਾਰ ਵੱਲੋਂ ਆਨਲਾਈਨ ਫਾਰਮ ਭਰਨ ਸਮੇਂ ਕੋਈ ਗਲਤੀ ਹੋ ਜਾਂਦੀ ਹੈ, ਸਿਰਫ ਐਪਲੀਕੇਸ਼ਨ ਫਾਰਮ ਆਨਲਾਈਨ ਸਬਮਿਟ ਕਰਨ ਤੋਂ ਪਹਿਲਾਂ ਹੀ ਉਸ ਵਿੱਚ ਕੋਈ ਸੋਧ ਕੀਤੀ ਜਾ ਸਕਦੀ ਹੈ। ਇੱਕ ਵਾਰ ਅਗਰ ਤੁਹਾਡਾ ਫਾਰਮ ਸਬਮਿਟ ਹੋ ਗਿਆ ਤਾਂ ਉਸ ਤੋਂ ਬਾਅਦ ਤੁਸੀਂ ਉਸ ਦੇ ਵਿੱਚ ਕੋਈ ਵੀ ਸੋਧ ਨਹੀਂ ਕਰ ਸਕਦੇ। ਨੈਕਸਟ ਇਸ ਵਿੱਚ ਦੱਸਿਆ ਗਿਆ ਹੈ ਕਿ ਕਿਸੇ ਵੀ ਉਮੀਦਵਾਰ ਨੂੰ ਫੀਸ ਦੀ ਮੁਆਫੀ ਛੋੜ ਨਹੀਂ ਦਿੱਤੀ ਜਾਵੇਗੀ ਅਤੇ ਫੀਸ ਦਾ ਭੁਗਤਾਨ ਨਾ ਕਰਨ ਦੀ ਹਾਲਤ ਵਿੱਚ ਜੋ ਉਸ ਦਾ ਐਪਲੀਕੇਸ਼ਨ ਫਾਰਮ ਹੈ ਅਧੂਰਾ ਸਮਝਦੇ ਹੋਏ ਰੱਦ ਕਰ ਦਿੱਤਾ ਜਾਏਗਾ। ਕਿਸੇ ਵੀ ਹੋਰ ਵਿਧੀ ਰਾਹੀਂ ਅਰਜ਼ੀ ਜਾਂ ਕਿਸੇ ਵੀ ਹੋਰ ਵਿਧੀ ਰਾਹੀਂ ਜਮ੍ਹਾਂ ਕਰਵਾਈ ਗਈ ਫੀਸ ਨੂੰ ਵੈਲਿਡ ਨਹੀਂ ਮੰਨਿਆ ਜਾਏਗਾ ਅਤੇ ਅਜਿਹੀ ਅਰਜ਼ੀ ਨੂੰ ਵੀ ਸਵੀਕਾਰ ਨਾ ਕਰਦੇ ਹੋਏ ਰੱਦ ਕਰ ਦਿੱਤਾ ਜਾਏਗਾ। ਤਾਂ ਬਿਲਕੁਲ ਇਸ ਦੇ ਵਿੱਚ ਸਪਸ਼ਟ ਸਾਨੂੰ ਦੱਸਿਆ ਗਿਆ ਹੈ ਜੀ ਕਿ ਸਿਰਫ ਤੇ ਸਿਰਫ ਆਨਲਾਈਨ ਮੈਥਡ ਦੇ ਰਾਹੀਂ ਜਾਂ ਤੁਸੀਂ ਸਟੇਟ ਬੈਂਕ ਆਫ ਇੰਡੀਆ ਦੀ ਕਿਸੇ ਵੀ ਬੈਂਕ ਸ਼ਾਖਾ ਦੇ ਵਿੱਚ ਜਾ ਕੇ ਜੋ ਫੀਸ ਦਾ ਭੁਗਤਾਨ ਹੈ ਉਹ ਕਰਨਾ ਹੈ। ਤਾਂ ਕਿਹੜੀਆਂ-ਕਿਹੜੀਆਂ ਸ਼ਰਤਾਂ ਹਨ ਜੋ ਸਾਡੀ ਪਾਤਰਤਾ ਨੂੰ ਰੱਦ ਕਰ ਸਕਦੀਆਂ ਹਨ, ਬਿਲਕੁਲ ਕਲੀਅਰ ਦੱਸਿਆ ਗਿਆ ਹੈ। ਅਗਰ ਤੁਸੀਂ ਪੂਰੀ ਫੀਸ ਦੀ ਅਦਾ ਨਹੀਂ ਕੀਤੀ, ਫਾਰਮ ਤੁਸੀਂ ਅਧੂਰਾ ਭਰਿਆ ਹੈ,
ਆਨਲਾਈਨ ਵਿਧੀ ਬਿਨੈ ਕਰਨ ਦੀ ਜੋ ਪੂਰੀ ਪ੍ਰਕਿਰਿਆ ਉਸ ਨੂੰ ਮੁਕੰਮਲ ਨਹੀਂ ਕੀਤਾ, ਅਧੀਨ ਸੇਵਾਵਾਂ ਚੋਣ ਬੋਰਡ ਜਾਂ ਕਿਸੇ ਹੋਰ ਸੰਸਥਾ ਵੱਲੋਂ ਯੋਗ ਕਰਾ ਦਿੱਤੇ ਗਏ ਹੋਂ, ਵਿਦਿਅਕ ਯੋਗਤਾ, ਉਮਰ, ਰਾਖਵਾਂਕਨ ਅਗਰ ਤੁਸੀਂ ਪੂਰਾ ਨਹੀਂ ਕਰਦੇ ਤਾਂ ਵੀ ਤੁਹਾਡੀ ਜੋ ਪਾਤਰਤਾ ਉਹ ਰੱਦ ਕੀਤੀ ਜਾ ਸਕਦੀ ਹੈ। ਜਾਂ ਇਹਦੇ ਵਿੱਚ ਹੋਰ ਕਾਰਨ ਕੀ ਹੋ ਸਕਦੇ ਹਨ? ਬੋਰਡ ਦੀ ਵੈਬਸਾਈਟ 'ਤੇ ਆਨਲਾਈਨ ਬਿਨੈ ਕਰਨ ਦੀ ਪ੍ਰਕਿਰਿਆ ਦੀ ਥਾਂ ਕਿਸੇ ਹੋਰ ਪ੍ਰਕਿਰਿਆ ਨਾਲ ਹੀ ਬਿਨੈ ਕੀਤਾ ਸੀ। ਜੇਕਰ ਕੋਈ ਉਮੀਦਵਾਰ ਉਕਤ ਅਸਾਮੀਆਂ ਲਈ ਅਜਿਹੀ ਸ਼੍ਰੇਣੀ ਕੋਡ ਦੇ ਵਿਰੁੱਧ ਅਪਲਾਈ ਕਰਦਾ ਹੈ ਜਿਸ ਕੈਟੇਗਰੀ ਦੇ ਲਈ ਉਸਦੀ ਜੋ ਪਾਤਰਤਾ ਉਹ ਨਹੀਂ ਬਣਦੀ ਜਾਂ ਜੋ ਅਸਾਮੀ ਇਸ਼ਤਿਹਾਰ ਦੇ ਵਿੱਚ ਹੀ ਪ੍ਰਕਾਸ਼ਿਤ ਨਹੀਂ ਕੀਤੀ ਗਈ। ਤਾਂ ਕੁਛ ਹੋਰ ਗੱਲਾਂ ਨੇ ਜੋ ਅਸੀਂ ਧਿਆਨ ਦੇ ਵਿੱਚ ਰੱਖਣੀਆਂ ਹਨ। ਪਹਿਲਾ ਤਾਂ ਇਹ ਹੈ ਜੀ ਕਿ ਉਮੀਦਵਾਰ ਵੱਲੋਂ ਹਾਸਲ ਕੀਤਾ ਗਿਆ ਡਿਗਰੀ ਸਰਟੀਫਿਕੇਟ ਯੂਜੀਸੀ ਦੁਆਰਾ ਸਮੇਂ-ਸਮੇਂ 'ਤੇ ਜਾਰੀ ਗਾਈਡਲਾਈਨਸ ਅਨੁਸਾਰ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਜਾਰੀ ਕੀਤਾ ਹੋਣਾ ਚਾਹੀਦਾ ਹੈ। ਦੂਸਰੀ ਗੱਲ ਇਹ ਹੈ ਜੀ, ਜੋ ਇਹਦੇ ਵਿੱਚ ਸਾਨੂੰ ਇੱਕ ਗੱਲ ਦੱਸੀ ਗਈ ਹੈ ਕਿ ਉਪਰੋਕਤ ਦਰਸਾਈਆਂ ਅਸਾਮੀਆਂ ਦੀ ਗਿਣਤੀ ਬੋਰਡ ਵੱਲੋਂ ਕਿਸੇ ਸਮੇਂ ਘਟਾਈ ਜਾਂ ਵਧਾਈ ਜਾ ਸਕਦੀ ਹੈ। ਤੀਸਰੀ ਗੱਲ ਇਹ ਹੈ ਕਿ ਇਹਨਾਂ ਅਸਾਮੀਆਂ ਲਈ ਉਮੀਦਵਾਰ ਵੱਲੋਂ ਕੇਵਲ ਬੋਰਡ ਦੀ ਵੈਬਸਾਈਟ 'ਤੇ ਹੀ ਆਨਲਾਈਨ ਅਪਲਾਈ ਕੀਤਾ ਜਾਏਗਾ। ਇਸ ਤੋਂ ਬਿਨਾਂ ਅਗਰ ਕਿਸੇ ਹੋਰ ਵਿਧੀ ਰਾਹੀਂ ਅਪਲਾਈ ਕੀਤਾ ਜਾਂਦਾ ਹੈ ਤਾਂ ਜੋ ਉਮੀਦਵਾਰ ਦੀ ਜੋ ਪਾਤਰਤਾ ਉਹ ਰੱਦ ਕਰ ਦਿੱਤੀ ਜਾਏਗੀ। ਅਗਰ ਆਨਲਾਈਨ ਫਾਰਮ ਸਮੇਂ ਕੋਈ ਵੀ ਗਲਤੀ ਹੋ ਜਾਂਦੀ ਹੈ ਭਰਦੇ ਸਮੇਂ ਤਾਂ ਇਸ ਦੀ ਜੋ ਜ਼ਿੰਮੇਵਾਰੀ ਹੈ ਖੁਦ ਉਮੀਦਵਾਰ ਦੀ ਹੋਏਗੀ ਔਰ ਇੱਕ ਵਾਰ ਅਗਰ ਫਾਰਮ ਸਬਮਿਟ ਹੋ ਗਿਆ ਤਾਂ ਦੁਬਾਰਾ ਉਸ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਸੋਧ ਆ ਉਹ ਨਹੀਂ ਕੀਤੀ ਜਾ ਸਕਦੀ। ਨੈਕਸਟ ਸਾਨੂੰ ਇਹਦੇ ਵਿੱਚ ਦੱਸਿਆ ਗਿਆ ਹੈ ਜੀ ਕਿ ਉਮੀਦਵਾਰ ਵੱਲੋਂ ਅਧੂਰਾ ਫਾਰਮ ਜਾਂ ਆਨਲਾਈਨ ਬਿਨੈ ਕਰਨ ਦੀ ਪ੍ਰਕਿਰਿਆ ਪੂਰੀ ਨਾ ਕਰਨ ਜਾਂ ਪੂਰੀ ਫੀਸ ਨਾ ਭਰ ਸਕਣ ਜਾਂ ਲੋੜੀਂਦੇ ਦਸਤਾਵੇਜ਼ ਅਪਲੋਡ ਨਾ ਕਰਨ ਦੀ ਸਥਿਤੀ ਵਿੱਚ ਉਸ ਦਾ ਬਿਨੈ ਪੱਤਰ ਸਵੀਕਾਰ ਨਹੀਂ ਕੀਤਾ ਜਾਏਗਾ ਅਤੇ ਉਸ ਨੂੰ ਇਹਨਾਂ ਸਮੇਂ ਲਈ ਉਮੀਦਵਾਰ ਨਹੀਂ ਮੰਨਿਆ ਜਾਏਗਾ। ਤਾਂ ਜੋ ਵੀ ਡਾਕੂਮੈਂਟਸ ਉਮੀਦਵਾਰ ਨੇ ਅਪਲੋਡ ਕਰਨੇ ਹਨ ਉਹ ਸਕੈਨ ਡਾਕੂਮੈਂਟਸ ਹੀ ਅਪਲੋਡ ਕਰਨੇ ਹਨ। ਤਾਂ ਸਾਰੇ ਹੀ ਉਮੀਦਵਾਰਾਂ ਨੂੰ ਇਹ ਖਾਸ ਤੌਰ 'ਤੇ ਕਿਹਾ ਗਿਆ ਹੈ ਕਿ ਜਦੋਂ ਤੁਸੀਂ ਆਨਲਾਈਨ ਫਾਰਮ ਭਰਨਾ ਹੈ ਤਾਂ ਉਸ ਨੂੰ ਪੂਰੇ ਧਿਆਨ ਦੇ ਨਾਲ ਭਰਨਾ ਹੈ। ਧਿਆਨ ਦੇ ਨਾਲ ਹੀ ਆਪਣੀ ਜੋ ਸ਼੍ਰੇਣੀ ਕੋਡ ਹੈ ਉਹ ਭਰਨਾ ਹੈ। ਕਿਸੇ ਵੀ ਸਥਿਤੀ ਦੇ ਵਿੱਚ ਅਗਰ ਤੁਸੀਂ ਫਾਰਮ ਸਬਮਿਟ ਕਰਤਾ ਤਾਂ ਉਸ ਤੋਂ ਬਾਅਦ ਜੋ ਸ਼੍ਰੇਣੀ ਕੋਡ ਹੈ ਜਾਂ ਜਿਸ ਸ਼੍ਰੇਣੀ ਦੇ ਵਿੱਚ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਉਹ ਤਬਦੀਲ ਨਹੀਂ ਹੋ ਸਕੇਗੀ। ਵੱਖ-ਵੱਖ ਵਰਗਾਂ ਸ਼੍ਰੇਣੀਆਂ ਦੀਆਂ ਅਸਾਮੀਆਂ ਉਸ ਵਰਗ ਸ਼੍ਰੇਣੀ ਵਿੱਚ ਅਸਾਮੀ ਦੀ ਉਪਲਬਧਤਾ ਅਨੁਸਾਰ ਹੀ ਭਰੀਆਂ ਜਾਣਗੀਆਂ। ਆਨਲਾਈਨ ਅਪਲਾਈ ਕਰਨ ਜਾਂ ਮੈਰਿਟ ਸੂਚੀ ਵਿੱਚ ਨਾਮ ਆਉਣ ਜਾਂ ਕੌਂਸਲਿੰਗ ਲਈ ਬੁਲਾਏ ਜਾਣ ਨਾਲ ਉਮੀਦਵਾਰ ਅਸਾਮੀ ਲਈ ਸਿਫਾਰਸ਼ ਦਾ ਅਧਿਕਾਰੀ ਨਹੀਂ ਬਣ ਸਕਦਾ। ਇਸ ਦਾ ਮਤਲਬ ਇਹ ਹੈ ਕਿ ਅਗਰ ਤੁਹਾਨੂੰ ਕੌਂਸਲਿੰਗ ਦੇ ਲਈ ਬੁਲਾਇਆ ਗਿਆ ਹੈ ਤਾਂ ਇਹ ਨਹੀਂ ਹੈ ਕਿ ਤੁਸੀਂ ਉਸ ਅਸਾਮੀ ਦੇ ਲਈ ਯੋਗ ਹੋ ਚੁੱਕੇ ਹੋ। ਪੂਰੀ ਪ੍ਰੋਸੈਸ ਹੋਣ ਤੋਂ ਬਾਅਦ ਜੋ ਨਤੀਜਾ ਤਿਆਰ ਹੋਏਗਾ ਉਸ ਦੇ ਆਧਾਰ 'ਤੇ ਹੀ ਤੁਹਾਡੀ ਜੋ ਚੋਣ ਆ ਉਹ ਕੀਤੀ ਜਾਏਗੀ। ਔਰ ਅਗਰ ਕਿਸੇ ਵੀ ਸਟੇਜ ਦੇ ਉੱਤੇ ਇਸ ਤਰ੍ਹਾਂ ਲੱਗਦਾ ਹੈ ਕਿ ਜੋ ਦਸਤਾਵੇਜ਼ ਤੁਸੀਂ ਉਪਲਬਧ ਕਰਾਏ ਹਨ ਉਹ ਸਹੀ ਨਹੀਂ ਹਨ ਤਾਂ ਤੁਹਾਡੀ ਜੋ ਪਾਤਰਤਾ ਉਹ ਰੱਦ ਕੀਤੀ ਜਾ ਸਕਦੀ ਹੈ। ਤਾਂ ਇਸੇ ਤਰ੍ਹਾਂ ਜੀ ਜੋ ਤੁਹਾਡੀ ਵਿੱਦਿਅਕ ਯੋਗਤਾ ਦੇ ਬਾਰੇ ਦੱਸਿਆ ਗਿਆ ਹੈ ਕਿ ਤੁਸੀਂ ਸਾਰੀਆਂ ਹੀ ਜੋ ਵਿੱਦਿਅਕ ਯੋਗਤਾ ਜੋ ਸਰਟੀਫਿਕੇਟ ਜਿਸ ਦੇ ਬੇਸ 'ਤੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕੀਤਾ ਹੈ ਉਸ ਦੀਆਂ ਤੁਸੀਂ ਤਸਦੀਕਸ਼ੁਦਾ ਕਾਪੀਆਂ ਹਨ ਜੋ ਉਹ ਕੌਂਸਲਿੰਗ ਦੇ ਦੌਰਾਨ ਪੇਸ਼ ਕਰਨੀਆਂ ਹੋਣਗੀਆਂ। ਮੈਰਿਟ ਦੇ ਆਧਾਰ 'ਤੇ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਅਗਰ ਦੋ ਉਮੀਦਵਾਰ ਬਰਾਬਰ ਆਉਂਦੇ ਹਨ ਤਾਂ ਕਿਸ ਤਰ੍ਹਾਂ ਜੋ ਉਹਨਾਂ ਦੀ ਪਾਤਰਤਾ ਉਹ ਮੰਨੀ ਜਾਣੀ ਹੈ ਉਹ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਕੌਂਸਲਿੰਗ ਲਈ ਆਉਣ ਵਾਲੇ ਉਮੀਦਵਾਰਾਂ ਨੂੰ ਕੋਈ TADA ਨਹੀਂ ਦਿੱਤਾ ਜਾਏਗਾ। ਉਮੀਦਵਾਰ ਦੁਆਰਾ ਇੱਕ ਵਾਰ ਅਦਾ ਕੀਤੀ ਗਈ ਫੀਸ ਹੈ ਜੋ ਉਹ ਕਿਸੇ ਵੀ ਸਥਿਤੀ 'ਚ ਵਾਪਸ ਨਹੀਂ ਹੋਵੇਗੀ ਔਰ ਅਗਰ ਜੋ ਭਰਤੀ ਨੋਟਿਸ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਸੋਧ ਹੁੰਦੀ ਹੈ ਤਾਂ ਉਹ ਸਾਰਿਆਂ 'ਤੇ ਹੀ ਲਾਗੂ ਹੋਵੇਗੀ। ਹਰੇਕ ਉਮੀਦਵਾਰ ਲਈ ਉਸ ਦੀ ਪਾਲਣਾ ਕਰਨਾ ਜ਼ਰੂਰੀ ਹੋਏਗਾ ਔਰ ਇਸ ਭਰਤੀ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਸੋਧ ਕਰਨ ਦਾ ਅਧਿਕਾਰ ਕੇਵਲ ਅਧੀਨ ਸੇਵਾਵਾਂ ਚੋਣ ਬੋਰਡ ਕੋਲ ਹੀ ਹੋਏਗਾ। ਇਹਨਾਂ ਅਸਾਮੀਆਂ ਦੇ ਲਈ ਅਗਰ ਕੋਈ ਸਾਨੂੰ ਮੁਸ਼ਕਲ ਆਉਂਦੀ ਹੈ ਤਾਂ ਸਾਨੂੰ ਇੱਕ ਈਮੇਲ ਆਈਡੀ ਹੈ ਜੋ ਪ੍ਰੋਵਾਈਡ ਕੀਤੀ ਗਈ ਹੈ ਉਸ 'ਤੇ ਅਸੀਂ ਸੰਪਰਕ ਕਰ ਸਕਦੇ ਹਾਂ ਔਰ ਇਸ ਦੇ ਨਾਲ ਹੀ ਸਾਨੂੰ ਇੱਕ ਫ਼ੋਨ ਨੰਬਰ ਵੀ ਦਿੱਤੇ ਗਏ ਹਨ ਜਿਨ੍ਹਾਂ ਦੇ ਉੱਤੇ ਅਸੀਂ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਅਸੀਂ ਸੰਪਰਕ ਕਰਕੇ ਜੋ ਆਪਣੇ ਮਨ ਦੇ ਵਿੱਚ ਕੋਈ ਵੀ ਸਾਡੇ ਸਵਾਲ ਆਉਂਦਾ ਹੈ ਤਾਂ ਅਸੀਂ ਉਸ ਸਵਾਲ ਦਾ ਜਵਾਬ ਲੈ ਸਕਦੇ ਹਾਂ। ਇਸ ਇਸ਼ਤਿਹਾਰ ਭਰਤੀ ਸੰਬੰਧੀ ਜੇਕਰ ਕੋਈ ਤਰੁੱਟੀ ਧਿਆਨ ਵਿੱਚ ਆਉਂਦੀ ਹੈ ਤਾਂ ਉਸ ਨੂੰ ਸੁਧਾਰਨ ਦਾ ਹੱਕ ਕੇਵਲ ਬੋਰਡ ਕੋਲ ਰਾਖਵਾਂ ਹੋਵੇਗਾ। ਤਾਂ ਦੋਸਤੋ ਇਹਨਾਂ ਸਾਰੀਆਂ ਦੀ ਪੋਸਟਾਂ ਦੇ ਲਈ ਤੁਸੀਂ ਬਿਨਾਂ ਕਿਸੇ ਲਾਸਟ ਮਿਤੀ ਦੀ ਉਡੀਕ ਕੀਤਿਆਂ ਜਲਦ ਤੋਂ ਜਲਦ ਅਪਲਾਈ ਕਰੋ। ਸੋ ਉਮੀਦ ਕਰਦੇ ਹਾਂ ਕਿ ਜੋ ਅੱਜ ਦਾ ਜੋ ਇਹ ਨਿਊਜ਼ ਹੈ ਤੁਹਾਡੇ ਲਈ ਲਾਭਕਾਰੀ ਹੋਏਗੀ ਔਰ ਤੁਸੀਂ ਜਲਦ ਤੋਂ ਜਲਦ ਇਹਨਾਂ ਦੇ ਪੋਸਟਾਂ ਦੇ ਲਈ ਅਪਲਾਈ ਕਰੋਗੇ। ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਦੇਖਣ ਦੇ ਲਈ ਜਲਦ ਤੋਂ ਜਲਦ ਜੋ ਸਾਡਾ ਜੋ ਚੈਨਲ ਹੈ ਉਸ ਨੂੰ ਲਾਈਕ ਕਰੋ, ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ। ਸੋ ਮੇਰੇ ਵੱਲੋਂ ਸਾਰਿਆਂ ਨੂੰ ਹੀ ਬਹੁਤ-ਬਹੁਤ ਸ਼ੁਭਕਾਮਨਾਵਾਂ। ਥੈਂਕ ਯੂ।